ਜਿਉਂ ਹੀ ਕਰੋਨਾ ਮਹਾਮਾਰੀ ਕਰਕੇ ਭਾਰਤ ਵਿੱਚ 25 ਮਾਰਚ ਤੋਂ ਲੋਕਡਾਊਨ ਦਾ ਐਲਾਨ ਕੀਤਾ ਗਿਆ, ਉਸ ਦੇ ਨਾਲ ਹੀ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਇੱਕਦਮ ਇੰਨੀ ਵੱਡੀ ਤਬਦੀਲੀ ਆਈ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸੀ ਸਕਦੇ। ਤੇ ਹੁਣ ਜਦੋਂ ਅਸੀਂ 5 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਇਹ ਸਾਰੇ ਕਾਸੇ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਸਾਨੂੰ ਲੱਗਦਾ ਕਿ ਅਸੀਂ ਬਹੁਤ ਕੁਝ ਸਿੱਖ ਲਿਆ ਹੈ ਔਰ ਆਉਣ ਵਾਲੇ ਸਮੇਂ ਲਈ ਅਸੀਂ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਪਰ ਇਸ ਸਮੇਂ ਦੇ ਦੌਰਾਨ ਜਦੋਂ ਤੋਂ ਲੋਕਡਾਊਨ ਲੱਗਿਆ, ਲੋਕੀ ਘਰਾਂ ਦੇ ਅੰਦਰ ਬੰਦ ਹੋ ਗਏ, ਸਰਕਾਰਾਂ ਨੇ ਆਪਣੇ ਕੰਮ ਸ਼ੁਰੂ ਰੱਖੇ, ਕੰਮ ਹੁੰਦੇ ਵੀ ਰਹੇ। ਸੋ ਇਸ ਸਮੇਂ ਦੌਰਾਨ ਸਭ ਤੋਂ ਵੱਡਾ ਜਿਹੜਾ ਹਥਿਆਰ ਹੈ ਉਹ ਸੀ ਇਨਫੋਰਮੇਸ਼ਨ ਟੈਕਨੋਲੋਜੀ, ਜਿਸ ਦਾ ਸਰਕਾਰਾਂ ਨੇ ਵੀ ਵਰਤੋਂ ਪੂਰੀ ਕੀਤੀ ਤੇ ਘਰਾਂ ਦੇ ਵਿੱਚ ਅਸੀਂ ਲੋਕਾਂ ਨੇ ਵੀ ਸਮਾਜ ਨੂੰ ਜੋੜਨ ਦੇ ਵਿੱਚ ਬਹੁਤ ਵੱਡਾ ਰੋਲ ਜਿਹੜਾ ਉਹ ਆਈਟੀ ਟੈਕਨੋਲੋਜੀ ਨੇ ਕੀਤਾ, ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਹੈ। ਸੋ ਇਸ ਨੇ ਸਰਕਾਰਾਂ ਨੇ ਇਸ ਦੀ ਕਿਵੇਂ ਵਰਤੋਂ ਕੀਤੀ, ਲੋਕਾਂ ਨੇ ਵਰਤੋਂ ਕਿਵੇਂ ਕੀਤੀ ਤੇ ਸ਼ਰਾਰਤੀ ਲੋਕਾਂ ਨੇ ਇਹਦੀ ਦੁਰਵਰਤੋਂ ਕਿਵੇਂ ਕੀਤੀ, ਇਹ ਬਹੁਤ ਸਵਾਲ ਜਿਹੜੇ ਆ ਸਾਡੇ ਸਾਹਮਣੇ ਇਕੱਠੇ ਹੋਏ ਆ। ਸੋ ਇਹਨਾਂ ਬਾਰੇ ਵਿਸਤਾਰ ਦੇ ਵਿੱਚ ਗੱਲ ਕਰਨ ਲਈ ਅਸੀਂ ਅੱਜ ਤੁਹਾਡੀ ਮੁਲਾਕਾਤ ਸ਼੍ਰੀ ਸੰਜੀਵ ਸ਼ਰਮਾ ਜੀ ਨਾਲ ਕਰਾ ਰਹੇ ਹਾਂ, ਜੋ ਕਿ ਡਿਸਟ੍ਰਿਕਟ ਇਨਫੋਰਮੈਟਿਕਸ ਆਫਿਸਰ ਨੇ ਪਟਿਆਲੇ ਵਿਖੇ। ਔਰ ਇਸ ਸਮੇਂ ਦੌਰਾਨ ਉਹਨਾਂ ਦਾ ਸਰਕਾਰਾਂ ਨੂੰ ਆਈਟੀ ਦੇ ਨਾਲ ਜੋੜ ਕੇ ਰੱਖਣਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਨਾਲ ਦੀ ਨਾਲ ਰੋਜ਼ ਵੀਡੀਓ ਕਾਨਫਰੰਸਿੰਗ ਕਰਾਉਣਾ, ਡਾਟਾ ਐਂਟਰੀ, ਡਾਟਾ ਲੈਣਾ, ਬਹੁਤ ਵੱਡੇ ਪੱਧਰ ਤੇ ਕੰਮ ਸਰਕਾਰਾਂ ਨੇ ਜਿਹੜਾ ਉਹ ਔਨ ਨੈੱਟ ਤੇ ਕੀਤਾ। ਸੋ ਇਹ ਸਾਰਾ ਕੁਝ ਕਿਵੇਂ ਹੋਇਆ ਇਸ ਬਾਰੇ ਅਸੀਂ ਤੁਹਾਡੀ ਅੱਜ ਗੱਲ ਕਰਾ ਰਹੇ ਹਾਂ ਸ਼ਰਮਾ ਜੀ ਨਾਲ। ਸ਼ਰਮਾ ਜੀ, ਅਸੀਂ ਤੁਹਾਨੂੰ ਸਾਡੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਕਹਿੰਦੇ ਹਾਂ। ਸ਼ਰਮਾ ਸਾਹਿਬ, ਕਿਵੇਂ ਇਹ ਜਿਹੜੇ 5-6 ਮਹੀਨੇ ਲੰਘੇ ਸਰਕਾਰਾਂ ਦੇ, ਘਰਾਂ ਦੇ ਅੰਦਰ ਰਹੇ ਅਸੀਂ 1.5 ਮਹੀਨਾ ਤੇ ਪੂਰਾ, ਉਸ ਤੋਂ ਬਾਅਦ ਵੀ ਪਾਬੰਦੀਆਂ ਲੱਗੀਆਂ ਰਹੀਆਂ ਤੇ ਇਸ ਸਮੇਂ ਦਾ ਸਰਕਾਰਾਂ ਚੱਲਦੀਆਂ ਰਹੀਆਂ, ਰਾਸ਼ਨ ਵੰਡੇ ਗਏ, ਟੈਲੀਫੋਨ ਹੁੰਦੇ ਰਹੇ, ਬਾਕੀ ਕੰਮ ਹੁੰਦੇ ਰਹੇ, ਇਹ ਸਾਰਾ ਕੁਝ ਕਿਵੇਂ ਵਾਪਰ ਸਕਿਆ? ਇਹਦੇ ਲਈ ਤੁਹਾਡੇ ਵਿਭਾਗ ਦਾ ਅਸੀਂ ਚਾਹਾਂਗੇ ਬਹੁਤ ਵੱਡਾ ਰੋਲ ਰਿਹਾ। ਬਿਲਕੁਲ ਠੀਕ ਬੜਿਆ ਸਾਹਿਬ, ਤੁਸੀਂ ਬਹੁਤ ਚੰਗੀ ਤਰ੍ਹਾਂ ਦੱਸਿਆ ਵੀ ਇਸ ਵਾਰੀ ਪਹਿਲੀ ਵਾਰ ਸੀ ਜਦੋਂ ਵੀ ਕਿ ਹੁੰਦਾ ਇਸ ਲੋਕਡਾਊਨ ਜਾਂ ਕਰਫਿਊ ਦੇ ਦੌਰਾਨ ਇਨਫੋਰਮੇਸ਼ਨ ਟੈਕਨੋਲੋਜੀ ਨੇ ਲੋਕਾਂ ਦਾ ਜੀਵਨ ਰੁਕਣ ਨਹੀਂ ਦਿੱਤਾ। ਸਰਕਾਰਾਂ ਕੰਮ ਕਰਦੀਆਂ ਰਹੀਆਂ, ਉਹ ਤੇ ਚਾਹੇ ਇਹ ਕੇਂਦਰ ਸਰਕਾਰ ਸੀ, ਚਾਹੇ ਰਾਜ ਸਰਕਾਰ ਸੀ, ਚਾਹੇ ਜ਼ਿਲ੍ਹਾ ਪ੍ਰਸ਼ਾਸਨ ਸੀ, ਜਿਹੜੀਆਂ 3 ਇਕਾਈਆਂ ਨੇ ਜਿਹੜੀਆਂ ਲੋਕਾਂ ਨੂੰ ਸਰਵਿਸ ਦਿੰਦੀਆਂ ਨੇ ਤੇ ਸਰਕਾਰੀ ਕੰਮਕਾਜ ਦੇਖਦੀਆਂ ਨੇ, ਉਹ ਪੂਰੀ ਚੰਗੀ ਤਰ੍ਹਾਂ ਨੋਰਮਲ ਕੰਮ ਦੀ ਤਰ੍ਹਾਂ ਹੀ ਕੰਮ ਕਰਦੀਆਂ ਰਹੀਆਂ। ਉਹਦੇ 'ਚ ਜਿਹੜਾ ਮੇਜਰ ਰੋਲ ਸੀ ਉਹ ਇਨਫੋਰਮੇਸ਼ਨ ਟੈਕਨੋਲੋਜੀ ਦਾ ਹੀ ਸੀ। ਇਨਫੋਰਮੇਸ਼ਨ ਟੈਕਨੋਲੋਜੀ ਨੇ ਸਰਕਾਰਾਂ ਨੂੰ ਕੰਮ ਕਰਦੇ ਰਹੇ, ਚਾਹੇ ਉਹ ਵੀਡੀਓ ਕਾਨਫਰੰਸਿੰਗ ਸੀ, ਉਹਦੇ 'ਚ ਕੇਂਦਰ ਸਰਕਾਰ ਸੀ, ਚਾਹੇ ਕੈਬਨਿਟ ਸੈਕਟਰੀ ਸੀ, ਚਾਹੇ ਹੈਲਥ ਡਿਪਾਰਟਮੈਂਟ ਸੀ, ਮਿਨਿਸਟਰੀ ਆਫ ਹੈਲਥ ਸੀ, ਚਾਹੇ ਰਾਜ ਸਰਕਾਰ ਸੀ ਤੇ ਚਾਹੇ ਜ਼ਿਲ੍ਹਾ ਪ੍ਰਸ਼ਾਸਨ ਸੀ, ਹੈਲਥ ਡਿਪਾਰਟਮੈਂਟ ਸੀ, ਪੁਲਿਸ ਪ੍ਰਸ਼ਾਸਨ ਸੀ, ਇਹ ਸਾਰੀਆਂ ਇਕਾਈਆਂ ਕੰਮ ਕਰਦੀਆਂ ਰਹੀਆਂ। ਉਹਦੇ ਵਿੱਚ ਬਹੁਤ ਵੱਡਾ ਰੋਲ ਇਨਫੋਰਮੇਸ਼ਨ ਟੈਕਨੋਲੋਜੀ ਦਾ ਹੀ ਸੀ। ਜੇ ਮੈਂ ਕਹਾਂ ਵੀ ਜਦੋਂ ਵੀ ਮਾਰਚ ਦੇ ਵਿੱਚ, ਜਿਵੇਂ ਤੁਸੀਂ ਕਿਹਾ ਵੀ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ, ਲੋਕਾਂ ਨੂੰ ਅੱਗੇ ਇਹ ਹੁੰਦਾ ਸੀ ਜਦੋਂ ਕੋਈ ਕਰਫਿਊ ਲੱਗ ਜਾਂਦਾ ਸੀ ਤਾਂ ਉਹਨਾਂ ਜੀਵਨ ਬਿਲਕੁਲ ਹੀ ਰੁਕ ਜਾਂਦਾ ਸੀ, ਉਹਨਾਂ ਨੂੰ ਸੁਵਿਧਾਵਾਂ ਨਹੀਂ ਮਿਲਦੀਆਂ ਸੀ। ਸਰਕਾਰ ਨੇ ਕਰਫਿਊ ਦੇ ਦੌਰਾਨ ਕੰਮ ਕੀਤਾ, ਈ ਪਾਸ, ਜਿਵੇਂ ਤੁਸੀਂ ਸੀ ਕਿਸੇ ਨੂੰ ਸੀ ਈ ਪਾਸ ਦੀ ਫੈਸਿਲਿਟੀ ਦਿੱਤੀ, ਜਿਹੜੀਆਂ ਰਾਸ਼ਨ ਦੀਆਂ ਸੀਗੀਆਂ ਸਰਵਿਸਿਜ਼, ਜਿਹੜੀਆਂ ਆਮ ਲੋਕਾਂ ਨੂੰ ਜ਼ਰੂਰਤ ਪੈਂਦੀ ਹੈ, ਚਾਹੇ ਕਰਿਆਨੇ ਦਾ ਸਮਾਨ ਹੈ, ਚਾਹੇ ਦਵਾਈਆਂ ਨੇ, ਚਾਹੇ ਸਬਜ਼ੀਆਂ ਨੇ, ਚਾਹੇ ਫਲਾਂ ਨੇ, ਉਹਨਾਂ ਨੂੰ ਕਿਹਾ ਹੁੰਦਾ ਲਿਸਟਾਂ ਦਿੱਤੀਆਂ। ਉਹ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਜ਼ਿਲ੍ਹੇ ਦੀ ਜਿਹੜੀਆਂ ਵੈਬਸਾਈਟ ਸੀਗੀਆਂ, ਸਾਰੇ ਭਾਰਤ ਸਰਕਾਰ ਦਾ ਮੈਂ ਦੱਸਣਾ ਚਾਹਾਂਗਾ, ਜ਼ਿਲ੍ਹਿਆਂ ਦੀਆਂ ਹਰ ਜ਼ਿਲ੍ਹੇ ਦੀ ਇੱਕ ਵੈਬਸਾਈਟ ਬਣੀ ਹੋਈ ਹੈ। ਜਿਵੇਂ ਪਟਿਆਲਾ ਦੀ ਆਪਣੀ ਹੈ patiala.nic.in, ਇਸੇ ਤਰ੍ਹਾਂ ਹੀ ਜ਼ਿਲ੍ਹੇ ਦੇ ਨਾਮ ਤੇ ਫਦਰ NIC ਦੀ ਡੋਮੇਨ ਤੇ ਸਾਰੇ ਜ਼ਿਲ੍ਹੇ ਆਲ ਓਵਰ ਸਾਰੇ ਭਾਰਤ ਦੇ ਜ਼ਿਲ੍ਹੇ ਆਪਣੇ ਵਿੱਚ ਜ਼ਿਲ੍ਹੇ ਦੀਆਂ ਵੈਬਸਾਈਟਾਂ ਬਣੀਆਂ ਹੋਈਆਂ ਨੇ। ਉਹਦੇ ਵਿੱਚ ਸਾਰੀ ਜੋ ਵੀ ਸਰਕਾਰੀ ਜਾਣਕਾਰੀ ਸੀ, ਕੰਟਰੋਲ ਰੂਮ ਦੀ ਇਨਫੋਰਮੇਸ਼ਨ ਸੀ, ਸਾਰੇ ਸਭ ਤੋਂ ਪਹਿਲਾਂ ਸਰਕਾਰਾਂ ਨੇ IT ਕੰਟਰੋਲ ਰੂਮ ਸੈਟਅਪ ਕੀਤੇ ਜਿਹੜੇ 24/7 ਕੰਮ ਕਰਦੇ ਰਹੇ। ਉਹਦੇ ਕੰਟਰੋਲ ਰੂਮ ਦੇ ਨੰਬਰ ਲੋਕਾਂ ਨਾਲ ਸ਼ੇਅਰ ਕੀਤੇ। ਫਿਰ ਉਹਨਾਂ ਨੇ ਈ ਪਾਸ ਦੀ ਸੁਵਿਧਾਵਾਂ ਸਾਰੇ ਸਰਕਾਰਾਂ ਨੇ ਆਨਲਾਈਨ ਕੀਤੀਆਂ, ਲੋਕੀ ਘਰੇ ਬੈਠ ਕੇ ਹੀ ਆਪਣੇ ਪਾਸ ਅਪਲਾਈ ਕਰ ਸਕਦੇ ਸੀ ਤੇ ਉਹਨਾਂ ਨੂੰ ਕਰਫਿਊ ਪਾਸ ਮਿਲਦੇ ਰਹੇ। ਜਿੰਨੀਆਂ ਵੀ ਜਿਹੜੀਆਂ ਦੁਕਾਨਾਂ ਦੇ ਵਗੈਰਾ ਖੁੱਲ੍ਹੀਆਂ ਗਈਆਂ, ਜਿਹੜੀਆਂ ਐਸੈਂਸ਼ੀਅਲ ਸਰਵਿਸ ਸੀ, ਜ਼ਰੂਰੀ ਸੇਵਾ ਸੀਗੀਆਂ, ਉਹ ਸਾਰੀਆਂ ਇਨਫੋਰਮੇਸ਼ਨ ਸਭ ਲੋਕਾਂ ਨੂੰ ਅਵੇਲੇਬਲ ਸੀ। ਉਹ ਚਾਹੇ ਸੋਸ਼ਲ ਮੀਡੀਆ ਦਾ ਵੀ ਬਹੁਤ ਅੱਛਾ ਰੋਲ ਰਿਹਾ ਇਹਦੇ ਵਿੱਚ, ਸੋਸ਼ਲ ਮੀਡੀਆ ਦੇ ਥਰੂ ਅਵੇਅਰਨੈਸ ਵੀ ਸਰਕਾਰ ਨੇ ਬਹੁਤ ਕੀਤੀ ਤੇ ਵੀਡੀਓ ਕਾਨਫਰੰਸਿੰਗ ਦੀ ਤਾਂ ਇੰਨੀ ਜ਼ਿਆਦਾ ਵੱਧ ਗਈ, ਉਹਦੇ ਨਾਲ ਸਰਕਾਰ ਦੀ ਸਮੇਂ ਦੀ ਵੀ ਬਚਤ ਹੋਈ ਤੇ ਪੈਸੇ ਦੀ ਵੀ ਬਚਤ ਹੋਈ ਤੇ ਐਫੀਸ਼ੀਐਂਸੀ ਵੀ ਬਹੁਤ ਜ਼ਿਆਦਾ ਆਈ। ਜੋ ਵੀ ਮੀਟਿੰਗ ਹੁੰਦੀ ਸੀ, ਚਾਹੇ ਉਹ ਕੇਂਦਰ ਸਰਕਾਰ ਤੋਂ ਹੁੰਦੀ ਸੀ, ਉਹਦੇ ਜ਼ਿਲ੍ਹੇ ਪੱਧਰ ਤੇ ਸ਼ਾਮ ਨੂੰ ਉਹਦੀ ਇੰਪਲੀਮੈਂਟੇਸ਼ਨ ਹੋ ਜਾਂਦੀ ਸੀਗੀ। ਇਹ ਬਹੁਤ ਵੱਡਾ ਸੀਗਾ ਤੇ ਲੋਕਾਂ ਨੂੰ ਸਰਕਾਰਾਂ ਨੇ ਤੰਗ ਨਹੀਂ ਹੋਣ ਦਿੱਤਾ। ਤੇ ਦੂਸਰਾ ਇਹ ਸੀ ਵੀ ਇਸ ਦੇ ਵਿੱਚ ਜਿਹੜਾ ਮੈਂ ਕਹੀਏ ਈ ਪਾਸ ਹੋ ਗਿਆ ਤੇ ਦੂਸਰਾ ਸੀਗਾ ਜਿਵੇਂ ਜਿਹੜੇ ਦੂਸਰੇ ਟਰੈਵਲਰ ਸੀ, ਅਸੀਂ ਸਭ ਤੋਂ ਪਹਿਲਾਂ NRI ਪੰਜਾਬ ਦੇ ਵਿੱਚ ਬਹੁਤ ਆਏ। ਮਾਰਚ ਦੇ ਟਾਈਮ, ਜਨਵਰੀ ਤੋਂ ਮਾਰਚ ਤੱਕ ਜਿਹੜਾ 3 ਮਹੀਨੇ ਦਾ ਸਮਾਂ ਸਰਕਾਰ ਨੇ ਲਿਆ, ਉਸ ਦੇ ਵਿੱਚ ਜਿਹੜੇ ਆਪਣੇ ਫੋਰਨਰ ਟਰੈਵਲਰ ਸੀ NRI, ਉਹ ਲੱਖ ਦੇ 1.25 ਲੱਖ 1.5 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਆਏ, ਵੱਖ ਜ਼ਿਲ੍ਹਿਆਂ ਵਿੱਚ। ਉਹ ਸਾਰਾ ਡਾਟਾ ਆਨਲਾਈਨ ਹੀ ਸਾਡੇ ਕੋਲੇ ਉਪਲਬਧ ਹੋਇਆ। ਉਹ ਡਿਫਰੈਂਟ ਸੋਰਸਿਸ ਤੋਂ ਆਉਂਦਾ ਗਿਆ, ਉਹਨੂੰ ਅਸੀਂ ਕਿਹਾ ਹੁੰਦਾ ਜ਼ਿਲ੍ਹਾ ਪ੍ਰਸ਼ਾਸਨ ਤੇ
ਤੇ ਪ੍ਰਸ਼ਾਸਨ ਨੇ ਆਪਣੇ ਪੱਧਰ ਤੇ ਉਹਨੂੰ ਫਿਲਟਰ ਕੀਤਾ, ਫਿਰ ਉਹਨੂੰ ਸਬ ਡਿਵੀਜ਼ਨ ਲੈਵਲ ਤੇ, ਫਿਰ ਉਹਨੂੰ ਕੀ ਹੁੰਦਾ ਪਿੰਡੂ ਖੇਤਰ ਤੇ ਸ਼ਹਿਰੀ ਖੇਤਰ ਨਾਲ ਫਿਲਟਰ ਕਰਕੇ ਉਹਨਾਂ ਦੇ ਐਡਰੈਸ ਦੇ ਹਿਸਾਬ ਨਾਲ ਕਰਕੇ ਉਹਨਾਂ ਦੀ ਟਰੈਕਿੰਗ, ਟਰੇਸਿੰਗ ਤੇ ਟੈਸਟਿੰਗ, ਜਿਹੜੀਆਂ 3 ਚੀਜ਼ਾਂ ਸੀ ਜਿਹੜੀਆਂ ਇਸ ਕੋਵਿਡ ਦੇ ਦੌਰਾਨ ਕਿਹਾ ਗਿਆ ਵੀ ਟਰੈਕਿੰਗ ਕਰਨੀ ਹੈ, ਟਰੇਸਿੰਗ ਕਰਨੀ ਹੈ ਤੇ ਉਹਨਾਂ ਦੀ ਟੈਸਟਿੰਗ ਕਰਨੀ ਹੈ। ਉਹਨਾਂ ਨੂੰ ਟੈਸਟਿੰਗ ਕੀਤਾ ਗਿਆ, ਆਈਸੋਲੇਟ ਕੀਤਾ ਗਿਆ, ਜਿਹੜੇ ਬੰਦੇ ਜ਼ਰੂਰੀ ਸੀ ਉਹਨਾਂ ਦੀ ਟੈਸਟਿੰਗ ਕੀਤੀ ਗਈ। ਇਹ ਸਾਰਾ ਹੋਇਆ। ਇਸੇ ਤਰ੍ਹਾਂ ਹੀ ਗੌਰਮੈਂਟ ਆਫ ਇੰਡੀਆ ਨੇ ਕੀ ਕੀਤਾ ਵੀ ਕਈ ਮੋਬਾਈਲ ਐਪ ਵੀ ਇਹਦੇ ਸਮੇਂ ਦੇ ਵਿੱਚ ਲਾਂਚ ਕੀਤੀਆਂ। ਪੰਜਾਬ ਸਰਕਾਰ ਨੇ ਕੋਵਾ ਐਪ ਕੀਤੀ, ਜਿਹਦੇ ਥਰੂ ਸਾਰੀ ਕੋਵਿਡ ਦੀ ਜਾਣਕਾਰੀ ਲੋਕਾਂ ਨੂੰ ਉਪਲਬਧ ਕਰਵਾਈ। ਤੇ ਇਸੇ ਤਰ੍ਹਾਂ ਕੇਂਦਰ ਸਰਕਾਰ ਨੇ ਆਰੋਗਿਆ ਸੇਤੂ ਐਪ ਕੀਤੀ, ਉਹਦੇ ਥਰੂ ਵੀ ਸਾਰੀ ਜਾਣਕਾਰੀ ਉਪਲਬਧ ਕਰਵਾਈ। ਇਸ ਦੇ ਵਿੱਚ ਮੈਂ ਇੱਕ ਹੋਰ ਕਰਨਾ ਚਾਹਾਂਗਾ ਵੀ ਭਾਰਤ ਸਰਕਾਰ ਨੇ ਇੱਕ ਬੜਾ ਸੈਂਟਰਲਾਈਜ਼ਡ ਡਾਟਾਬੇਸ ਬਣਾਇਆ ਜਿਹੜਾ ਕੋਵਿਡ ਪੇਸ਼ੈਂਟ ਦਾ ਸੀ। ਪੇਸ਼ੈਂਟ ਦੇ ਟੈਸਟਿੰਗ ਤੋਂ ਲੈ ਕੇ ਜਦੋਂ ਸੈਂਪਲ ਕਲੈਕਟ ਕੀਤਾ ਜਾਂਦਾ ਹੈ, ਉਹਦਾ ਡਾਟਾ ਵੀ ਸੈਂਟਰਲਾਈਜ਼ਡ ICMR ਦੇ ਸਰਵਰ ਤੇ ਜਾਂਦਾ ਹੈ। ਉਹ ਸਾਈਡ ਦੇ ਵਿੱਚ ਡਾਕਟਰਾਂ ਦੀ ਡਾਟਾ ਐਂਟਰ ਹੋਈ ਹੈ। ਮੋਬਾਈਲ ਐਪ ਦੇ ਵਿੱਚ 2 ਤਰ੍ਹਾਂ ਦੀ ਟੈਸਟਿੰਗ ਹੁੰਦੀ ਹੈ ਜੋ ਮੈਂ ਕਹਾਂ, ਇੱਕ ਤਾਂ ਰਤੀ ਐਪ ਹੈ ਜੀ, ਰੈਪਿਡ ਐਂਟੀਜਨ ਟੈਸਟਿੰਗ ਆਫ ਇੰਡੀਆ, ਉਹਦੀ ਰਤੀ ਮੋਬਾਈਲ ਐਪ ਹੈ। ਇੱਕ RT-PCR ਟੈਸਟਿੰਗ ਹੈ। 2 ਤਰ੍ਹਾਂ ਦੇ ਟੈਸਟ ਕੀਤੇ ਜਾਂਦੇ ਨੇ ਕੋਵਿਡ ਪੇਸ਼ੈਂਟ ਵਾਲੀ। ਉਹਨਾਂ ਦੋਨੋਂ ਮੋਬਾਈਲ ਐਪ ਤੇ ਸੈਂਪਲ ਕਲੈਕਟਰ ਵੱਲੋਂ ਡਾਟਾ ਐਂਟਰ ਕੀਤਾ ਜਾਂਦਾ, ਉਹ ਸੈਂਟਰਲ ਸਰਵਰ ਤੇ ਜਾਂਦਾ। ਉਸੇ ਤੋਂ ਹੀ ਡਾਟਾ ਅਗਰ ਪੇਸ਼ੈਂਟ ਪੋਜ਼ਿਟਿਵ ਪਾਇਆ ਜਾਂਦਾ ਹੈ ਤਾਂ ਉਹ ਕੋਵਿਡ ਜਿਹੜਾ ਗੌਰਮੈਂਟ ਆਫ ਇੰਡੀਆ ਦਾ ਇੱਕ ਕੋਵਿਡ ਦਾ ਪੋਰਟਲ ਬਣਾਇਆ ਗਿਆ ਸੈਂਟਰ ਗੌਰਮੈਂਟ ਦਾ, ਉਹਦੇ ਤੇ ਇਹ ਸਾਰਾ ਡਾਟਾ ਉਪਲਬਧ ਹੁੰਦਾ ਹੈ। ਤਾਂ ਇਹ ਸਾਰੀ ਉਹਨਾਂ ਤੇ ਮੋਨੀਟਰਿੰਗ ਕੀਤੀ ਜਾ ਸਕਦੀ ਹੈ ਪੇਸ਼ੈਂਟ ਤੇ ਕੰਪਲੀਟਲੀ। ਤਾਂ ਗੌਰਮੈਂਟ ਨੇ ਪੂਰਾ ਹੈ ਆਪਣਾ ਕੰਟਰੋਲ ਰੱਖਿਆ, ਲੋਕਾਂ ਨੂੰ ਸੁਵਿਧਾਵਾਂ ਦੇਣ ਤੇ ਰੱਖਿਆ। ਇਸ ਦੇ ਵਿੱਚ ਇੱਕ ਜਿਹੜੀ ਸ਼ਾਰਮਿਕ ਟ੍ਰੇਨ ਵੀ ਚਲਾਈਆਂ, ਬੱਸਾਂ ਵੀ ਚਲਾਈਆਂ। ਜਿਹੜੇ ਦੂਜੇ ਪ੍ਰਦੇਸ਼ਾਂ ਤੋਂ ਲੋਕੀ ਆਏ ਸੀ, ਜਿਹਨਾਂ ਨੇ ਜਾਣਾ ਚਾਹੁੰਦੇ ਸੀ ਆਪਣੇ ਦੇ ਵਿੱਚ ਮਾਈਗ੍ਰੈਂਟ ਪਾਪੂਲੇਸ਼ਨ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੂੰ ਵੀ ਕਿ ਹੁੰਦਾ ਇਹਨਾਂ ਨੇ ਇਹਦੇ ਥਰੂ ਹੀ ਅਸੀਂ IT ਦੇ ਥਰੂ ਹੀ ਅਸੀਂ ਕਰਵਾਇਆ। ਉਹਨਾਂ ਦੇ ਸੈਂਟਰਲਾਈਜ਼ਡ ਸਰਵਰ ਬਣੇ, ਉੱਥੇ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਸੈਂਟਰਲਾਈਜ਼ਡ ਪੋਰਟਲ ਤੇ, ਵੈਬਸਾਈਟ ਤੇ। ਉਸ ਦੇ ਥਰੂ SMS ਦੇ ਥਰੂ ਹੀ, ਜਿਵੇਂ ਅਸੀਂ NIC ਦਾ ਸਾਡਾ ਕਿਉਂਕਿ SMS ਗੇਟਵੇ ਹੈ, ਉਹਦੇ ਥਰੂ ਅਸੀਂ ਡੇਲੀ SMS ਭੇਜੇ ਉਹਨਾਂ ਨੂੰ ਵੀ ਤੁਸੀਂ ਕਿਸ ਦਿਨ ਸਟੇਸ਼ਨ ਤੇ ਪਹੁੰਚਣਾ ਹੈ, ਕਿਸ ਦਿਨ ਬੱਸ ਸਟੈਂਡ ਤੇ ਪਹੁੰਚਣਾ ਹੈ, ਕਿਹੜੀ ਜਗ੍ਹਾ ਤੇ ਪਹੁੰਚਣਾ ਹੈ। ਉਹ ਸਾਰੀ ਜਾਣਕਾਰੀ ਉਹਨਾਂ ਦੇ ਮੋਬਾਈਲ ਤੇ ਉਹਨਾਂ ਨੂੰ SMS ਦੇ ਰਾਹੀਂ ਉਪਲਬਧ ਕਰਵਾਉਂਦੀ ਰਹੀ। ਇਸੇ ਤਰ੍ਹਾਂ ਪਟਿਆਲੇ ਦੇ ਵਿੱਚ ਅਸੀਂ 30,000 ਬੰਦਿਆਂ ਨੂੰ ਅਸੀਂ ਉਹਨਾਂ ਦੇ ਘਰਾਂ ਵਿੱਚ ਭੇਜਿਆ, ਜਿਹੜੇ ਨਾਲ ਦੇ ਰਾਜਾਂ ਦੇ ਵਿੱਚ। ਜੀ ਸੋ ਇਹਦੇ ਲਈ ਬਹੁਤ ਵੱਡਾ ਰੋਲ ਜਿਹੜਾ ਉਹ ਇਨਫੋਰਮੇਸ਼ਨ ਟੈਕਨੋਲੋਜੀ ਨੇ ਦਿੱਤਾ, ਪੋਰਟਲ ਨੇ। ਜਦੋਂ ਕਿ ਸਾਨੂੰ ਨਹੀਂ ਤੇ ਬਾਜ਼ਾਰਾਂ ਦੇ ਵਿੱਚ ਜਾਣਾ ਪੈਣਾ ਸੀ, ਦਫ਼ਤਰਾਂ 'ਚ ਜਾਣਾ ਪੈਣਾ ਸੀ ਇਹਨਾਂ ਕੰਮਾਂ ਲਈ, ਸਬਜ਼ੀਆਂ, ਦਵਾਈਆਂ, ਰਾਸ਼ਨ, ਬਹੁਤ ਕੁਝ ਸਾਡੇ ਘਰਾਂ ਤੱਕ ਜਿਹੜਾ ਉਹ ਇਹਨਾਂ ਪੋਰਟਲਸ ਦੇ ਰਾਹੀਂ ਜਿਹੜਾ ਉਹ ਪਹੁੰਚਦਾ ਰਿਹਾ। ਖੈਰ ਸਮੱਸਿਆਵਾਂ ਆਉਂਦੀਆਂ ਕਿਉਂਕਿ ਇਹੋ ਜਿਹੀ ਸਥਿਤੀ ਜਿਹੜੀ ਆ ਉਹ ਅਸੀਂ ਸਾਰੇ ਲੋਕਾਂ ਨੇ ਪਹਿਲੀ ਵਾਰੀ ਵੇਖੀ ਆ। ਸਿਰਫ ਜਾਂ ਅਸੀਂ ਪੜ੍ਹਦੇ ਰਹੇ ਹਾਂ ਜਾਂ ਅਸੀਂ ਨੈੱਟ ਤੇ ਵੇਖਦੇ ਰਹੇ ਹਾਂ ਕਿ 1918 ਦੇ ਵਿੱਚ ਵੀ ਇਸ ਤਰ੍ਹਾਂ ਦੀ ਮਹਾਮਾਰੀ ਜਿਹੜੀ ਆ ਉਹ ਆਈ ਹੈ। ਲੇਕਿਨ ਇਸ ਵਕਤ ਜਿੱਥੇ ਸਰਕਾਰਾਂ ਨੇ ਇਸ ਟੈਕਨੋਲੋਜੀ ਦੀ ਵਰਤੋਂ ਕੀਤੀ, ਘਰਾਂ 'ਚ ਜਦੋਂ ਲੋਕ ਬੰਦ ਹੋ ਗਏ ਤਾਂ ਉਦੋਂ ਸ਼ਰਮਾ ਜੀ ਲੋਕਾਂ ਨੂੰ ਵੀ ਇਸ ਟੈਕਨੋਲੋਜੀ ਨੇ ਬੜਾ ਫਾਇਦਾ ਦਿੱਤਾ, ਜਿਹਦੇ ਵਿੱਚ WhatsApp ਤੇ ਵੀਡੀਓ ਗੱਲਾਂ ਕਰਨੀਆਂ, ਚੈਟਿੰਗ ਕਰਨੀ, ਇੱਕ ਦੂਜੇ ਨੂੰ ਫੋਟੋ ਭੇਜਣੀ, ਇਸੇ ਤਰ੍ਹਾਂ Facebook ਤੇ, Instagram ਤੇ, Twitter ਦੇ ਉੱਤੇ ਬਹੁਤ ਕੁਝ ਜਿਹੜਾ ਹੋਇਆ। ਲੇਕਿਨ ਇਸ ਸਮੇਂ ਦੌਰਾਨ ਇਹ ਮਹਿਸੂਸ ਕੀਤਾ ਗਿਆ ਕਿ ਇਹ ਸੋਸ਼ਲ ਮੀਡੀਆ ਦੀ ਵਰਤੋਂ ਜਿੱਥੇ ਲੋਕਾਂ ਨੇ ਤਾਂ ਕੀਤੀ ਆਪਣੇ ਆਪ ਨੂੰ ਜੋੜ ਕੇ ਰੱਖਣ ਵਾਸਤੇ ਘਰਾਂ ਦੇ ਵਿੱਚ, ਉੱਥੇ ਕੁਝ ਇਹੋ ਜਿਹੇ ਤੱਥ ਸੀ ਜਿਹੜੇ ਕਿ ਸ਼ਰਾਰਤੀ ਨੇ, ਜਿਨ੍ਹਾਂ ਨੇ ਸਮਾਜ ਦੇ ਵਿੱਚ ਗਲਤ ਫਹਿਮੀਆਂ ਜਿਹੜੀਆਂ ਨੇ ਉਹ ਕ੍ਰੀਏਟ ਕੀਤੀਆਂ। ਹੁਣ ਪਟਿਆਲੇ ਦੇ ਵਿੱਚ ਵੀ ਇੱਕ ਲੜਕੇ ਨੇ ਜਿਹੜੀ ਉਹ ਮਾਫੀ ਮੰਗੀ ਹੈ ਕਿ ਮੇਰੇ ਕੋਲੇ ਕੋਈ ਜਾਣਕਾਰੀ ਨਹੀਂ ਸੀ, ਮੈਂ ਤੇ ਐਵੇਂ ਇੰਸਟਾਗ੍ਰਾਮ ਦੇ ਉੱਤੇ ਪਾਉਂਦਾ ਰਿਹਾ। ਇਸ ਬਾਰੇ ਦੱਸੋ ਕਿ ਇਹਨੂੰ ਜਿਹੜੀ ਮਿਸਯੂਜ਼ ਹੁੰਦਾ ਰਿਹਾ, ਇੱਕ ਆਮ ਬੰਦੇ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ ਕਿ ਇਹ ਇਨਫੋਰਮੇਸ਼ਨ WhatsApp ਤੇ ਠੀਕ ਆਈ ਹੈ ਕਿ ਨਹੀਂ ਆਈ। ਸੋ ਕੀ ਡਾਟਾ ਕੀ ਕਹਿੰਦਾ ਹੈ ਕਿ ਕਿੰਨੀ ਕੁ ਇਨਫੋਰਮੇਸ਼ਨ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਆਥੈਂਟਿਕ ਹੈ, ਤੇ ਲੋਕਾਂ ਨੂੰ ਹੁਣ ਅੱਗੇ ਤੋਂ, ਕਿਉਂਕਿ ਸਮਾਂ ਲੰਮਾ ਚੱਲਣਾ, ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਵੀਡੀਓਜ਼ ਤੇ ਇਹੋ ਜਿਹੀ ਇਨਫੋਰਮੇਸ਼ਨ ਤੇ ਜਿਹੜਾ ਉਹ ਕਿਸ ਤਰ੍ਹਾਂ ਵਿਸ਼ਵਾਸ ਕਰਨਾ ਚਾਹੀਦਾ ਔਰ ਕਿੰਝ ਲੱਭਣਾ ਚਾਹੀਦਾ ਕਿ ਕਿਹੜੀ ਇਨਫੋਰਮੇਸ਼ਨ ਸਹੀ ਹੈ ਤੇ ਕਿਹੜੀ ਗਲਤ ਹੈ। ਇਹੀ ਬੜਾ ਸਹੀ ਤੁਸੀਂ ਦੱਸਿਆ। ਆਪਣੇ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਅਕਸਰ ਹੀ ਗਲਤ ਇਨਫੋਰਮੇਸ਼ਨ ਬੜੀ ਅਪਲੋਡ ਕਰਦੇ ਰਹਿੰਦੇ ਨੇਗੇ। ਇਹਦੇ ਵਿੱਚ Facebook ਤੇ WhatsApp ਤੇ ਹਰ ਲੋਕਾਂ ਨੇ ਬੜਾ ਗਲਤ ਪ੍ਰਚਾਰ ਕੀਤਾ, ਕੜੀ ਅਫਵਾਹਾਂ ਵੀ ਬਹੁਤ ਜ਼ਿਆਦਾ ਕੋਵਿਡ ਦੇ ਬਾਰੇ ਫੈਲੀਆਂ। ਇਹਦੇ ਵਿੱਚ ਮੈਂ ਕਰਨਾ ਚਾਹਾਂਗਾ ਜਿਹੜੀ ਜਿਵੇਂ ਵੀ ਹੈ ਤੁਸੀਂ ਜਿਹੜੇ ਵੀ ਲੋਕਾਂ ਨੂੰ ਇਸ ਬਾਰੇ ਸੁਚੇਤ ਰਹਿਣਾ ਚਾਹੀਦਾ ਵੀ ਜੋ ਇਨਫੋਰਮੇਸ਼ਨ ਸਾਡੇ ਕੋਲੋਂ ਜਿਸ ਵੱਲੋਂ ਆਈ ਹੈ ਉਹਦਾ ਸੋਰਸ ਕੀ ਹੈ। ਜਿਵੇਂ ਮੈਂ ਦੱਸਿਆ ਵੀ ਜਿਵੇਂ ਜ਼ਿਲ੍ਹਾ ਦੀਆਂ ਸਰਕਾਰੀ ਵੈਬਸਾਈਟਾਂ ਨੇ, ਤੁਸੀਂ ਉਸ 'ਤੇ ਚੈੱਕ ਕਰ ਸਕਦੇ ਹੋ, ਉਹਦੇ 'ਤੇ ਸਾਰੀ ਇਨਫੋਰਮੇਸ਼ਨ ਸਰਕਾਰੀ ਦਫ਼ਤਰਾਂ ਵੱਲੋਂ ਅਪਲੋਡ ਕੀਤੀ ਜਾਂਦੀ ਹੈ ਜਿਹੜੀ ਅਥੈਂਟਿਕ, ਸਹੀ ਤੇ ਦਰੁਸਤ ਹੁੰਦੀ ਹੈ। ਇਸੇ ਤਰ੍ਹਾਂ ਹੀ ਜੋ ਕੋਵਿਡ ਦੇ ਬਾਰੇ ਜਾਣਕਾਰੀ ਹੈ, ਜੇ ਕੋਈ ਉਹ ਡਾਕਟਰ, ਜਿਵੇਂ ਸਾਡੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਿਵਲ ਸਰਜਨ ਆਥੋਰਾਈਜ਼ਡ ਕੀਤੇ ਗਏ ਨੇ, ਉਹ ਡੇਲੀ ਇੱਕ ਕੋਵਿਡ ਦੇ ਬਾਰੇ ਜਾਣਕਾਰੀ ਦਿੰਦੇ ਨੇ ਤੇ ਉਹਨਾਂ ਨੂੰ ਕੋਵਿਡ ਬਾਰੇ ਦੱਸਦੇ ਨੇ। ਉਹ ਸਾਰਾ Facebook ਤੇ ਵੀ ਅਵੇਲੇਬਲ ਹੁੰਦਾ, ਸੋਸ਼ਲ ਮੀਡੀਆ ਤੇ ਵੀ ਆਉਂਦਾ ਹੈ ਤੇ ਉਹ ਸਾਰੀ ਜਾਣਕਾਰੀ ਸਹੀ ਹੁੰਦੀ ਹੈ। ਤੀਸਰਾ ਇਹ ਹੈ ਵੀ ਜੋ ਵੀ
ਇਨਫੋਰਮੇਸ਼ਨ ਜਦੋਂ ਵੀ ਚੈੱਕ ਕਰਨੀ ਚਾਹੀਦੀ ਹੈ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਉਹਦਾ ਸੋਰਸ ਕੀ ਹੈ। ਹਰ ਬੰਦੇ ਦੀ ਜਾਣਕਾਰੀ ਤੇ ਉਹਨਾਂ ਨੂੰ 90% ਜਿਹੜੀ ਲੋਕੀ ਜਾਣਕਾਰੀ ਦਿੰਦੇ ਆ ਉਹ ਅਫਵਾਹਾਂ ਹੁੰਦੀਆਂ, ਅਫਵਾਹਾਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਮੈਂ ਇੱਕ ਹੋਰ ਦੱਸਣਾ ਚਾਹਾਂਗਾ, ਜਿਹੜਾ ਸਾਈਬਰ ਸਿਕਿਉਰਿਟੀ ਐਕਟ ਦੇ ਥਰੂ ਜਿਹੜਾ ਆਈਟੀ ਐਕਟ ਗਵਰਨਮੈਂਟ ਨੇ ਸਰਕਾਰ ਨੇ ਬਣਾਇਆ ਹੈ, ਆਈਟੀ ਐਕਟ 2000, ਉਹਦੇ ਵਿੱਚ ਸਜ਼ਾ ਦਾ ਪ੍ਰਾਵਧਾਨ ਵੀ ਹੈ ਵੀ ਜੇ ਕੋਈ ਬੰਦਾ ਗਲਤ ਇਨਫੋਰਮੇਸ਼ਨ ਦਿੰਦਾ ਤਾਂ ਉਹ 'ਤੇ FIR ਵੀ ਰਜਿਸਟਰਡ ਹੋ ਸਕਦੀ ਹੈ ਤੇ ਉਹਨੂੰ ਜੁਰਮਾਨਾ ਤੇ ਉਹਨੂੰ ਸਜ਼ਾ ਵੀ ਜੇਲ੍ਹ ਦੇ ਵਿੱਚ ਵੀ ਭੇਜਿਆ ਜਾ ਸਕਦਾ ਹੈ। ਇਸ ਕਰਕੇ ਲੋਕਾਂ ਨੂੰ ਕਿਸੇ ਵੀ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਜਿੰਨੀ ਦੇਰ ਉਹ ਆਥੋਰਾਈਜ਼ਡ ਇਨਫੋਰਮੇਸ਼ਨ ਕਿਸੇ ਸਹੀ ਬੰਦੇ ਤੋਂ ਨਹੀਂ ਆਈ। ਠੀਕ ਹੈ, ਜਿਵੇਂ ਮੈਡੀਕਲ ਪ੍ਰੋਫੈਸ਼ਨਲ ਜੇ ਕੋਈ ਇਨਫੋਰਮੇਸ਼ਨ ਦਿੰਦਾ ਹੈ, ਕੋਈ ਅਦਾਰਾ ਹੈ ਉਹ ਕੋਈ ਇਨਫੋਰਮੇਸ਼ਨ ਦਿੰਦਾ ਹੈ, ਜਾਂ ਕੋਈ ਪ੍ਰਸ਼ਾਸਨ ਜ਼ਿਲ੍ਹਾ ਪ੍ਰਸ਼ਾਸਨ ਕੋਈ ਇਨਫੋਰਮੇਸ਼ਨ ਦੇ ਰਿਹਾ ਹੈ, ਜਾਂ ਕੋਈ ਕੋਵਿਡ ਕੇਅਰ ਸੈਂਟਰ ਇੰਚਾਰਜ ਇਨਫੋਰਮੇਸ਼ਨ ਦੇ ਰਿਹਾ, ਉਸ ਜਾਣਕਾਰੀ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ। ਦੂਜੀ ਜਾਣਕਾਰੀਆਂ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਨਾ ਹੀ ਉਹਨਾਂ ਨੂੰ ਅੱਗੇ ਗਲਤ ਫਾਰਵਰਡ ਕਰਨਾ ਚਾਹੀਦਾ ਹੈਗਾ। ਉਹਦੇ ਨਾਲ ਲੋਕਾਂ ਦੇ ਵਿੱਚ ਬੜਾ ਭਰਮ ਫੈਲਦਾ ਹੈਗਾ ਤੇ ਬੜੀਆਂ ਅਫਵਾਹਾਂ ਲੋਕਾਂ ਦੇ ਮਨ 'ਚ, ਜਦੋਂ ਆਪਾਂ ਗਲਤ ਇਨਫੋਰਮੇਸ਼ਨ ਨੂੰ ਵੀ 100 ਬੰਦੇ ਅੱਗੇ ਫਾਰਵਰਡ ਕਰ ਦਿੰਦੇ ਆ ਤਾਂ ਉਹ ਇੱਕ ਬਹੁਤ ਗਲਤ ਇੰਪ੍ਰੈਸ਼ਨ ਦਿੰਦੀ ਆ। ਉਹਦੇ ਬਾਅਦ ਲੋਕਾਂ ਨੇ ਬੜੀਆਂ ਕੋਵਿਡ ਦੇ ਬਾਰੇ ਬੜੀ ਗਲਤ ਅਫਵਾਹਾਂ ਫੈਲੀਆਂ ਹੋਈਆਂ ਨੇਗੀਆਂ, ਇਹ 'ਤੇ ਨਹੀਂ ਯਕੀਨ ਕਰਨਾ ਚਾਹੀਦਾ। ਇਹ ਤਾਂ ਬਿਲਕੁਲ ਸਪਸ਼ਟ ਹੋ ਗਿਆ ਹੈ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਨਫੋਰਮੇਸ਼ਨ ਟੈਕਨੋਲੋਜੀ ਔਨ ਨੈੱਟ ਤੇ ਆਨਲਾਈਨ ਸਾਡੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬਣਨ ਜਾ ਰਿਹਾ ਹੈ। ਭਾਵੇਂ ਪਿਛਲੇ ਲੰਮੇ ਸਮੇਂ ਤੋਂ ਸਰਕਾਰਾਂ ਇਸ ਗੱਲ 'ਤੇ ਜ਼ੋਰ ਦੇ ਰਹੀਆਂ ਸੀ ਕਿ ਸਾਨੂੰ ਇਸ ਪਾਸੇ ਆਉਣਾ ਚਾਹੀਦਾ ਹੈ, ਪਰ ਜਿੱਥੇ ਮਹਾਮਾਰੀ ਸਾਡੇ ਲਈ ਸੱਚਮੁੱਚ ਬਹੁਤ ਘਾਤਕ ਬਣੀ ਹੈ, ਪਰ ਉੱਥੇ ਇਹਨੇ ਇੱਕ ਇਹ ਵੀ ਮੌਕਾ ਦਿੱਤਾ ਕਿ ਲੋਕਾਂ ਨੂੰ ਹੁਣ ਨਵੀਂ ਜੀਵਨ ਜਾਚ ਜਿਹੜੀ ਆ ਉਹ ਜਿਉਣੀ ਸਿੱਖਣੀ ਪੈਣੀ ਹੈ। ਸੋ ਜਿਵੇਂ ਜੀਵਨ ਪ੍ਰਮਾਣ ਪੱਤਰ ਹੈ, ਬੈਂਕ 'ਚ ਜਾ ਕੇ ਸਾਨੂੰ ਦੇਣਾ ਪੈਂਦਾ ਹੈ, ਦਫ਼ਤਰ 'ਚ ਜਾ ਕੇ ਦੇਣਾ ਪੈਂਦਾ ਆਪਣੀ ਪੈਨਸ਼ਨ ਵਾਸਤੇ ਜਾਂ ਕਿਸੇ ਹੋਰ ਕੰਮ ਵਾਸਤੇ, ਇਹਦੇ ਨਾਲ ਹੀ ਸਰਕਾਰ ਨੇ ਇੱਕ ਡਿਜੀਟਲ ਲੋਕਰ ਦੀ ਜਿਹੜੀ ਸ਼ੁਰੂ ਗੱਲ ਕੀਤੀ ਸੀ। ਇਹਦੇ ਨਾਲ ਹੁਣ ਬਹੁਤ ਸਾਰਾ ਕੰਮ ਫਾਈਲਾਂ 'ਚ ਨਹੀਂ ਚੱਲਦਾ। ਸਾਡੇ ਦਰਸ਼ਕਾਂ 'ਚੋਂ ਬਹੁਤ ਸਾਰਿਆਂ ਨੂੰ ਇਸ ਗੱਲ ਦੀ ਹੈਰਾਨੀ ਹੋਏਗੀ ਕਿ ਹੁਣ ਫਾਈਲਾਂ ਜਿਹੜੀਆਂ ਨੇ ਉਹ ਟੇਬਲ ਦੇ ਉੱਤੇ ਫਾਈਲਾਂ ਵਾਂਗੂ ਨਹੀਂ ਪਈਆਂ ਹੁੰਦੀਆਂ, ਨਾ ਉਹ ਕੋਈ ਖੋਲ੍ਹਦਾ ਹੈ। ਹੁਣ ਤਾਂ ਕੰਪਿਊਟਰ ਦੇ ਵਿੱਚ ਫਾਈਲ ਚੱਲਦੀ ਹੈ, ਦੂਸਰੇ ਟੇਬਲ ਤੇ ਚਲੀ ਜਾਂਦੀ ਹੈ, ਦੂਸਰੇ ਟੇਬਲ ਤੋਂ ਤੀਸਰੇ ਤੇ ਅਫਸਰ ਤੱਕ, ਇੱਥੋਂ ਤੱਕ ਕਿ ਇਸ ਵਾਰ ਸਾਡੇ ਰਾਸ਼ਟਰੀ ਪੱਧਰ ਤੇ ਸਾਡੀ ਸਟੇਟ ਦੇ ਵਿੱਚ ਬਹੁਤ ਸਾਰੇ ਜਿਹੜੇ ਪ੍ਰੋਜੈਕਟ ਨੇ ਜਾਂ ਸਰਕਾਰ ਦੀਆਂ ਮਨਜ਼ੂਰੀਆਂ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ, ਹੋਮ ਮਿਨਿਸਟਰ, ਇਸੇ ਤਰ੍ਹਾਂ ਸਾਰੇ ਜਿਹੜੇ ਵੱਡੇ ਵੱਡੇ ਮਹਿਕਮੇ ਜਿਨ੍ਹਾਂ ਦਾ ਬਹੁਤ ਵੱਡਾ ਰੋਲ ਰਿਹਾ, ਉਹਨਾਂ ਨੇ ਸਭ ਕੁਝ ਕੰਪਿਊਟਰ ਤੇ ਹੀ ਇਹ ਪਾਸ ਕੀਤਾ ਤੇ ਇੰਪਲੀਮੈਂਟ ਹੋਇਆ। ਸੋ ਸ਼ਰਮਾ ਜੀ, ਸਾਨੂੰ ਥੋੜ੍ਹਾ ਜਿਹਾ ਵਿਸਥਾਰ 'ਚ ਅਸੀਂ ਜਾਣਨਾ ਚਾਹਾਂਗੇ ਕਿ ਇਹ ਪ੍ਰਮਾਣ ਪੱਤਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਡੀ ਜ਼ਿੰਦਗੀ ਦੇ ਵਿੱਚ ਹਿੱਸਾ ਬਣਨਾ ਹੈ, ਡਿਜੀਟਲ ਲੋਕਰ ਜਿਹੜਾ ਉਹ ਕਿਸ ਤਰ੍ਹਾਂ ਅਸੀਂ ਉਹਦੇ ਉੱਤੇ ਕੰਮ ਕਰਨਾ। ਠੀਕ ਹੈ ਜੀ, ਬੜੈਚ ਸਾਹਿਬ ਬੜਾ ਅੱਛਾ ਦੱਸਿਆ ਤੁਸੀਂ। ਜਿਵੇਂ ਸਭ ਤੋਂ ਪਹਿਲਾਂ ਮੈਂ ਜੀਵਨ ਪ੍ਰਮਾਣ ਦੇ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ। ਜੀਵਨ ਪ੍ਰਮਾਣ ਜਿਹੜਾ ਡਿਜੀਟਲ ਲਾਈਫ ਸਰਟੀਫਿਕੇਟ ਹੈ, ਜਿਹੜਾ ਹਰ ਪੈਨਸ਼ਨਰ ਨੇ, ਜੋ ਵੀ ਸਰਕਾਰੀ ਮੁਲਾਜ਼ਮ ਚਾਹੇ ਸਟੇਟ ਤੋਂ ਚਾਹੇ ਸੈਂਟਰ ਤੋਂ ਰਿਟਾਇਰ ਹੁੰਦਾ ਹੈ, ਉਹਨੇ ਇੱਕ ਆਪਣੇ ਬੈਂਕ ਦੇ ਵਿੱਚ ਜਿੱਥੋਂ ਵੀ ਪੈਨਸ਼ਨ ਵਿਡਰਾ ਕਰਦਾ ਹੈ ਉੱਥੇ ਹਰ ਸਾਲ ਜਮ੍ਹਾਂ ਕਰਾਉਣਾ ਹੁੰਦਾ ਹੈ। ਤੇ ਹੁਣ ਇਸ ਮਹਾਮਾਰੀ ਦੇ ਦੌਰਾਨ ਜਦੋਂ ਆਪਣੀਆਂ ਮੂਵਮੈਂਟ ਰਿਸਟ੍ਰਿਕਟਡ ਨੇਗੀਆਂ, ਆਪਾਂ ਆ ਜਾ ਨਹੀਂ ਸਕਦੇ, ਤੇ ਦੂਸਰਾ ਹੈ ਜਿਹੜੇ ਬਜ਼ੁਰਗ ਬੰਦੇ ਹੁੰਦੇ ਆ ਉਹਨਾਂ ਨੂੰ ਚੱਲਣ ਦੇ ਫਿਰਨ ਦੇ ਵਿੱਚ ਵੀ ਮੁਸ਼ਕਲ ਹੁੰਦੀ ਹੈ, ਤੇ ਦੂਸਰਾ ਉਹ ਆਪਣੇ ਬੱਚਿਆਂ ਦੇ ਕੋਲੇ ਰਹਿ ਰਹੇ ਹੁੰਦੇ ਨੇ ਜਾਂ ਕਿਸੇ ਹੋਰ ਦੂਰ ਦਰਾਡੇ ਰਹਿ ਰਹੇ ਹੁੰਦੇ ਨੇ ਜਿੱਥੇ ਉਹਨਾਂ ਨੇ ਪੈਨਸ਼ਨ ਉਹ ਕਿਤੇ ਹੋਰ ਡਰਾ ਕਰ ਰਹੇ ਹੁੰਦੇ ਨੇ। ਤਾਂ ਇਹਦੇ ਥਰੂ ਕੀ ਹੈ, ਸਰਕਾਰ ਨੇ ਇਹ 2015 ਦੇ ਵਿੱਚ ਜਦੋਂ ਡਿਜੀਟਲ ਇੰਡੀਆ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੇ ਲਾਂਚ ਕੀਤਾ ਸੀ ਪ੍ਰੋਗਰਾਮ, ਉਦੋਂ ਹੀ ਇਹ ਜੀਵਨ ਪ੍ਰਮਾਣ ਦੀ ਵੀ ਐਪ ਤੇ ਪ੍ਰੋਜੈਕਟ ਲਾਂਚ ਕੀਤਾ ਸੀ, ਸਕੀਮ ਲਾਂਚ ਕੀਤੀ ਸੀ। ਉਹਦੇ ਤੁਸੀਂ ਆਨਲਾਈਨ ਡਿਜੀਟਲ ਸਰਟੀਫਿਕੇਟ ਜਨਰੇਟ ਕਰ ਸਕਦੇ ਹੋ। ਤੁਹਾਨੂੰ ਕਿਸੇ ਬੈਂਕ ਜਾਂ ਜਿੱਥੇ ਦਫ਼ਤਰ ਦੇ ਵਿੱਚ ਤੁਸੀਂ ਪੈਨਸ਼ਨ ਵਿਡਰਾ ਕਰਦੇ ਹੋ ਉਹਦੇ ਕੋਲੇ ਜਾਣ ਦੀ ਲੋੜ ਨਹੀਂ, ਤੁਸੀਂ ਘਰ ਬੈਠ ਕੇ ਹੀ ਆਪਣਾ ਜੀਵਨ ਪ੍ਰਮਾਣ ਦਾ ਅਕਾਊਂਟ ਕਰ ਸਕਦੇ ਹੋ, ਕ੍ਰੀਏਟ ਕਰ ਸਕਦੇ ਹੋ। ਉਹਦੇ ਲਈ ਤੁਹਾਨੂੰ ਆਪਣਾ ਪੈਨਸ਼ਨ ਦਾ PPO ਨੰਬਰ, ਤੁਹਾਡਾ ਬੈਂਕ ਦਾ ਖਾਤਾ ਤੇ ਤੁਹਾਡਾ ਆਧਾਰ ਨੰਬਰ, ਇਹ ਤੁਹਾਡਾ ਹੋਣਾ ਚਾਹੀਦਾ ਹੈ। ਤੁਹਾਡਾ ਆਧਾਰ ਤੁਹਾਡੇ ਮੋਬਾਈਲ ਦੇ ਨਾਲ ਲਿੰਕ ਕੀਤਾ ਹੋਣਾ ਚਾਹੀਦਾ ਹੈ, ਤੇ ਉਸ ਦੇ ਵਿੱਚ ਕੀ ਹੈ, ਤੁਸੀਂ ਆਪਣਾ ਮੋਬਾਈਲ ਐਪ ਵੀ ਜੀਵਨ ਪ੍ਰਮਾਣ ਦੀ ਡਾਊਨਲੋਡ ਕਰ ਸਕਦੇ ਹੋ, ਤੇ ਜਾਂ ਤੁਸੀਂ ਜੀਵਨ ਪ੍ਰਮਾਣ ਦੀ ਵੈਬਸਾਈਟ ਹੈ ਜਿਹੜੀ jivanparmaan.gov.in, ਉਸ 'ਤੇ ਜਾ ਕੇ ਤੁਸੀਂ ਆਪਣਾ ਅਕਾਊਂਟ ਕ੍ਰੀਏਟ ਕਰ ਸਕਦੇ ਹੋ। ਪਹਿਲਾ ਅਕਾਊਂਟ ਕ੍ਰੀਏਟ ਕਰਕੇ ਤੇ ਤੁਸੀਂ ਆਪਣਾ ਉਹਦੇ 'ਤੇ ਡਿਜੀਟਲ ਲਾਈਫ ਸਰਟੀਫਿਕੇਟ ਜਨਰੇਟ ਕਰ ਸਕਦੇ ਹੋ। ਉਹਦੇ ਵਿੱਚ ਕਰਦਾ ਕਿ ਜਦੋਂ ਤੁਹਾਡਾ ਅਕਾਊਂਟ ਕ੍ਰੀਏਟ ਕਰ ਦਿੱਤਾ ਜਾਂਦਾ ਹੈ ਤਾਂ ਉਹ ਤੁਹਾਡਾ ਬਾਇਓਮੈਟ੍ਰਿਕ ਕੈਪਚਰ ਕਰਦਾ ਹੈ। ਅੱਜ ਕੱਲ੍ਹ ਹਰ ਮੋਬਾਈਲ ਦੇ ਉੱਤੇ ਹੀ ਫਿੰਗਰਪ੍ਰਿੰਟ ਕੈਪਚਰ ਦਾ ਆਪਸ਼ਨ ਹੈ। ਜੇ ਨਹੀਂ ਉਪਲਬਧ ਹੈ, ਤੁਸੀਂ ਕਿਸੇ ਲੋਕਲ ਆਪਣੇ ਉਸੇ ਬ੍ਰਾਂਚ ਦੇ ਵਿੱਚ ਬੈਂਕ ਦੇ ਵਿੱਚ ਜਾ ਕੇ ਜਾਂ ਖਜ਼ਾਨਾ ਦਫ਼ਤਰ 'ਚ ਜਾ ਕੇ ਜਾਂ ਕੋਈ ਜੇ ਉਹਦੇ ਫੌਜੀ ਆਦਮੀਆਂ ਤੋਂ DPDO ਜਿਹੜੇ ਉੱਥੇ ਪੈਨਸ਼ਨ ਦੇ ਦਫ਼ਤਰ ਨੇ, ਉੱਥੇ ਜਾ ਕੇ ਆਪਣੇ ਫਿੰਗਰਪ੍ਰਿੰਟ ਕੈਪਚਰ ਕਰਵਾ ਸਕਦਾ, ਤਾਂ ਉੱਥੋਂ ਹੀ ਜਨਰੇਟ ਕਰ ਸਕਦਾ। ਉਹ ਆਨਲਾਈਨ ਹੀ ਉਹਨਾਂ ਦੇ ਬੈਂਕ ਦੇ ਖਾਤੇ ਵਿੱਚ ਚਲਾ ਜਾਂਦਾ, ਉਹਨਾਂ ਨੂੰ ਫਿਜ਼ੀਕਲੀ ਉਹਨਾਂ ਨੂੰ ਦੇਣ ਦੀ ਜ਼ਰੂਰਤ ਨਹੀਂ ਹੈ ਜੀ। ਠੀਕ ਹੈ, ਤੇ ਇਹ ਬਹੁਤ ਵੱਡੀ ਸੁਵਿਧਾ ਹੈ। ਚਾਹੇ NRI ਨੇ, ਚਾਹੇ ਉਹ ਉੱਥੇ ਬੈਠੇ ਨੇ ਬਾਹਰ ਦੂਰ ਦਰਾਡੇ, ਇਹ ਉੱਥੇ ਹੀ ਜਨਰੇਟ ਕਰ ਸਕਦੇ ਆ। ਉਹਨਾਂ ਨੂੰ ਭਾਰਤ ਆਉਣ ਦੀ ਇਸ ਕੰਮ ਲਈ ਆਪਣੇ ਉਸ ਜਗ੍ਹਾ 'ਤੇ ਆਉਣ ਦੀ ਲੋੜ ਨਹੀਂ ਹੈ ਜਿੱਥੋਂ ਉਹ ਪੈਨਸ਼ਨ ਲੈਂਦੇ ਨੇ। ਠੀਕ ਹੈ, ਦੂਸਰਾ ਸੀਗਾ ਜਿਹੜਾ ਤੁਸੀਂ ਦੱਸਿਆ ਡਿਜੀ ਲੋਕਰ।
ਡੀਜੀ ਲੋਕਰ ਜਿਵੇਂ ਆਪਾਂ ਕਹਿੰਦੇ ਆ ਲੋਕਰ, ਜਿਵੇਂ ਆਪਾਂ ਬੈਂਕ ਦੇ ਖਾਤੇ ਦੇ ਵਿੱਚ ਆਪਾਂ ਆਪਣੇ ਪੈਸੇ ਸੁਰੱਖਿਅਤ ਰੱਖਦੇ ਹਾਂ, ਜਿਹੜੇ ਆਪਣੇ ਇੰਪੋਰਟੈਂਟ ਡਾਕੂਮੈਂਟ ਹੁੰਦੇ ਨੇ, ਚਾਹੇ ਉਹ ਆਧਾਰ ਕਾਰਡ ਹੈ, ਚਾਹੇ ਪੈਨ ਕਾਰਡ ਹੈ, ਚਾਹੇ ਪੈਨਸ਼ਨ ਦੀ ਕਾਪੀ ਹੈ, ਇਹ ਸਾਰੇ ਜਿਹੜੇ, ਚਾਹੇ ਲਾਇਸੈਂਸ ਹੈ, ਚਾਹੇ ਰਜਿਸਟ੍ਰੇਸ਼ਨ ਦਾ ਤੁਹਾਡੀ ਆਰਸੀ ਹੈ, ਰਜਿਸਟ੍ਰੇਸ਼ਨ ਆਫ ਡਾਕੂਮੈਂਟ ਦਾ ਵਹੀਕਲ ਦੀ ਕਾਪੀ ਹੈ, ਇਹ ਸਾਰੇ ਡਾਕੂਮੈਂਟ ਤੁਹਾਨੂੰ ਹੁਣ ਫਿਜ਼ੀਕਲੀ ਸਟੋਰ ਕਰਨ ਦੇ ਨਾਲ ਆਪਾਂ ਬੜਾ ਇਹਨਾਂ ਨੂੰ ਸੁਰੱਖਿਅਤ ਰਹਿੰਦੇ ਹਾਂ, ਕਿਉਂਕਿ ਇਹਨਾਂ ਦੀ ਆਪਾਂ ਨੂੰ ਰੋਜ਼ ਦਿੱਲੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰਤ ਪੈਂਦੀ ਹੈ। ਇਹਨੂੰ ਤੁਸੀਂ ਡਿਜੀਟਲੀ ਡੀਜੀ ਲੋਕਰ ਦੇ ਵਿੱਚ ਫ੍ਰੀ ਦੇ ਵਿੱਚ ਸਟੋਰ ਕਰ ਸਕਦੇ ਹੋ। ਇਹਦੀ ਮੋਬਾਈਲ ਐਪ ਵੀ ਅਵੇਲੇਬਲ ਹੈ ਪਲੇ ਸਟੋਰ ਦੇ ਥਰੂ, ਤੁਸੀਂ ਡੀਜੀ ਲੋਕਰ ਮੋਬਾਈਲ ਐਪ ਡਾਊਨਲੋਡ ਕਰ ਸਕਦੇ ਹੋ। ਤੁਸੀਂ ਵੈਬਸਾਈਟ 'ਤੇ ਵੀ ਜਾ ਸਕਦੇ ਹੋ ਡੀਜੀ ਲੋਕਰ, ਇਹਦੇ ਵਿੱਚ ਵੀ ਤੁਸੀਂ ਆਧਾਰ ਦੇ ਨਾਲ ਆਪਣਾ ਅਕਾਊਂਟ ਬਣਾ ਸਕਦੇ ਹੋ। ਫਿਰ ਤੁਸੀਂ ਉੱਥੇ ਡਾਕੂਮੈਂਟ ਜਿਹੜੀ ਵੀ ਇਸ਼ੂਇੰਗ ਅਥਾਰਟੀ ਨੇ ਉਹਨਾਂ ਤੋਂ ਫੈਚ ਕਰ ਸਕਦੇ ਹੋ। ਇਸ ਵਾਰ ਸਰਕਾਰ ਨੇ ਕੀ ਕੀਤਾ, ਜਿੰਨੇ ਵੀ ਸਕੂਲ ਸਿੱਖਿਆ ਬੋਰਡ ਸੀਗੇ ਆਪਣੇ ਪੰਜਾਬ ਦਾ ਵੀ, ਚਾਹੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਗੱਲ ਕਰੀਏ, ਚਾਹੇ CBSE ਦੀ ਗੱਲ ਕਰੀਏ, ਉਹ ਸਾਰੇ ਬੋਰਡ ਯੂਨੀਵਰਸਿਟੀਆਂ ਸਭ ਨੇ ਆਪਣੇ DMC ਵੀ ਬੱਚਿਆਂ ਦੇ ਬੋਰਡ ਐਗਜ਼ਾਮਾਂ ਦੇ ਉਹ ਸਾਰੇ ਇਸ ਦੇ ਵਿੱਚ ਉਪਲਬਧ ਕਰਾਏ ਹੋਏ ਨੇ, ਤੇ ਆਪਣੇ ਵਿਦਿਆਰਥੀ ਉੱਥੋਂ ਹੀ ਡਾਊਨਲੋਡ ਕਰ ਸਕਦੇ ਨੇ ਆਪਣਾ DMC ਸਰਟੀਫਿਕੇਟ। ਤੇ ਇਸ ਤੋਂ ਇਲਾਵਾ ਜਿਵੇਂ ਤੁਸੀਂ ਜਿਹੜੇ ਰਿਟਾਇਰ ਹੋ ਰਹੇ ਨੇ ਉਹ ਵੀ ਆਪਣੇ PPO ਦੀ ਕਾਪੀ ਇੱਥੋਂ ਡਾਊਨਲੋਡ ਕਰ ਸਕਦੇ ਨੇ। ਇਸੇ ਤਰ੍ਹਾਂ ਜਿਨ੍ਹਾਂ ਨੇ ਲਾਇਸੈਂਸ ਲੈਣਾ ਉਹ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਹਾਈਵੇ ਦੀ ਲਿੰਕ ਤੇ ਜਾ ਕੇ ਉੱਥੋਂ ਆਪਣਾ ਲਾਇਸੈਂਸ ਡਾਊਨਲੋਡ ਕਰ ਸਕਦੇ ਨੇ। ਇਹ ਸਰਕਾਰ ਨੇ ਹੁਣ ਜਿਹੜੇ ਡਿਜੀਟਲ ਡਾਕੂਮੈਂਟ ਹੈ ਇਹਨਾਂ ਨੂੰ ਵੀ ਉਨੀ ਫਿਜ਼ੀਕਲ ਡਾਕੂਮੈਂਟ ਦੇ ਬਰਾਬਰ ਹੀ ਮਾਨਤਾ ਦਿੱਤੀ ਹੋਈ ਹੈ। ਦੂਸਰਾ, ਇਹ ਡਾਕੂਮੈਂਟ ਤੁਸੀਂ ਕਿਸੇ ਨੂੰ ਜੇ ਭੇਜਣੇ ਨੇ ਐਜ ਏ ਪ੍ਰੂਫ, ਤੁਸੀਂ ਉਹਨਾਂ ਨੂੰ ਟਰਾਂਸਫਰ ਵੀ ਕਰ ਸਕਦੇ ਹੋ, ਉਹਨਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ ਆਨਲਾਈਨ। ਇਹ ਬਹੁਤ ਵੱਡੀ ਸੁਵਿਧਾ ਹੈ। ਇਹ ਡੀਜੀ ਲੋਕਰ ਲੋਕਾਂ ਨੂੰ ਯੂਜ਼ ਕਰਨਾ ਚਾਹੀਦਾ ਹੈ ਤੇ ਇਹਦਾ ਲੋਕਾਂ ਨੂੰ ਫਾਇਦਾ ਚੱਕਣਾ ਚਾਹੀਦਾ। ਤੁਹਾਨੂੰ ਆਪਣੇ ਪਰਸ ਦੇ ਵਿੱਚ ਆਪਣਾ ਡਰਾਈਵਿੰਗ ਲਾਇਸੈਂਸ RC ਕੈਰੀ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਕਦੇ ਵੀ ਗੁੰਮ ਹੋ ਸਕਦਾ। ਤੁਸੀਂ ਇਹਨਾਂ ਦੇ ਥਰੂ ਆਪਣੇ ਮੋਬਾਈਲ ਦੇ ਥਰੂ ਅਗਲੇ ਨੂੰ, ਕਿਸੇ ਵੀ ਟ੍ਰੈਫਿਕ ਵਾਲੇ ਪੁਲਿਸ ਵਾਲੇ ਨੂੰ ਉੱਥੇ ਦਿਖਾ ਸਕਦੇ ਹੋਗੇ, ਉਹਦੀ ਹੀ ਬਰਾਬਰ ਮਾਨਤਾ ਹੈ। ਸ਼ਰਮਾ ਜੀ ਨੇ ਬੜੇ ਵਿਸਥਾਰ ਦੇ ਵਿੱਚ ਗੱਲ ਦੱਸੀ ਹੈ ਕਿ ਕਿਸ ਤਰ੍ਹਾਂ ਪ੍ਰਸ਼ਾਸਨ, ਲੋਕ, ਪੁਲਿਸ, ਡਾਕਟਰੀ ਅਮਲਾ ਔਰ ਸਭ ਕੁਝ ਜਿਹੜਾ ਹੁਣ ਉਹ ਆਨਲਾਈਨ ਹੋਣ ਲੱਗ ਪਿਆ, ਜਿਹਨੂੰ ਅਸੀਂ ਅਕਸਰ ਕਹਿ ਦਿੰਦੇ ਆ ਵਰਚੁਅਲ ਦੁਨੀਆ। ਭਾਵ ਕਿ ਅਸੀਂ ਸਿੱਧੇ ਜਿਹੜੇ ਆ ਉਹ ਨਹੀਂ ਜੁੜੇ ਹੋਏ ਦੁਨੀਆ ਦੇ ਨਾਲ, ਪਰ ਅਸੀਂ ਟੈਕਨੀਕ ਦੇ ਨਾਲ ਅਸੀਂ ਦੂਸਰਿਆਂ ਨਾਲ ਜਿਹੜੇ ਆ ਉਹ ਜੁੜੇ ਹੋਏ ਆ। ਆਉਣ ਵਾਲਾ ਸਮਾਂ ਇਸ ਤੋਂ ਵੀ ਬਦਲਵਾਂ ਹੈ। ਉਹ ਕਿਸ ਤਰ੍ਹਾਂ ਦਾ ਹੋਏਗਾ ਔਰ ਕਿਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਔਰ ਅਸੀਂ ਕੀ ਕੁਝ ਹੁਣੇ ਤੋਂ ਤਿਆਰੀ ਕਰਨੀ ਹੈ, ਇਸ ਬਾਰੇ ਚਾਹਾਂਗੇ ਸ਼ਰਮਾ ਜੀ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਥੋੜ੍ਹਾ ਜਿਹਾ ਦੱਸੋ ਕਿ ਆਉਣ ਵਾਲਾ ਸਮਾਂ ਹੋਰ ਕਿਵੇਂ ਬਦਲਣਾ ਹੈ ਇਹਦੇ ਲਈ, ਔਰ ਅਸੀਂ ਕਿਵੇਂ ਤਿਆਰ ਹੋਣਾ ਹੈ ਤੇ ਇਸ ਵਕਤ ਕਿਸ ਤਰ੍ਹਾਂ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਕੰਮ ਚੱਲ ਰਹੇ ਨੇ। ਇਹਦੇ 'ਚ ਮੈਂ ਵੈਸੇ ਸਾਹਿਬ ਦੱਸਣਾ ਚਾਹਾਂਗਾ, ਜਿਵੇਂ ਸਰਕਾਰੀ ਦਫ਼ਤਰਾਂ ਦੇ ਵਿੱਚ ਹੁਣ ਪਹਿਲਾਂ ਫਾਈਲਾਂ ਦੀ, ਫਿਜ਼ੀਕਲ ਫਾਈਲਾਂ ਦੀ ਮੂਵਮੈਂਟ ਹੁੰਦੀ ਸੀ, ਫਾਈਲਾਂ ਦੇ ਢੇਰ ਲੱਗੇ ਰਹਿੰਦੇ ਸੀ ਦਫ਼ਤਰਾਂ ਦੇ ਵਿੱਚ। ਹੁਣ ਸਰਕਾਰ ਇੱਕ E-ਆਫਿਸ ਪ੍ਰੋਜੈਕਟ ਲੈ ਕੇ ਆ ਰਹੀ ਹੈ। ਉਹ NIC ਜਿਹੜਾ ਗੌਰਮੈਂਟ ਦਾ ਆਧਾਰ ਹੈਗਾ, ਉਹਨੇ ਪ੍ਰੋਜੈਕਟ ਡਿਵੈਲਪ ਕੀਤਾ ਹੋਇਆ ਹੈਗਾ ਤੇ ਉਹਨੂੰ ਕਿਸੇ ਵੀ ਦਫ਼ਤਰ ਦੀ ਵਰਕਿੰਗ ਦੇ ਹਿਸਾਬ ਨਾਲ ਕਸਟਮਾਈਜ਼ ਕੀਤਾ ਜਾ ਸਕਦਾ ਹੈਗਾ। ਪੰਜਾਬ ਦੇ ਵਿੱਚ ਇਹਦੀ ਬਹੁਤ ਜ਼ਿਆਦਾ ਇੰਪਲੀਮੈਂਟੇਸ਼ਨ ਹੋ ਚੁੱਕੀ ਹੈ, DC ਦਫ਼ਤਰਾਂ ਦੇ ਵਿੱਚ ਹੋ ਚੁੱਕੀ ਹੈ, ਸੈਕਟਰੀਏਟ ਦੇ ਵਿੱਚ ਇੰਪਲੀਮੈਂਟੇਸ਼ਨ ਹੋ ਚੁੱਕੀ ਹੈ। ਤੇ ਇਹਦੇ 'ਚ ਹੋਏਗਾ ਕਿ ਜਿਹੜੀ ਫਾਈਲਾਂ ਦੀ ਮੂਵਮੈਂਟ ਹੈ ਉਹ ਇਲੈਕਟ੍ਰੋਨਿਕਲੀ ਹੋਏਗੀ। ਜੋ ਵੀ ਡਾਕੂਮੈਂਟ ਹੈ ਤੁਹਾਡੇ ਕੋਲੇ ਫਿਜ਼ੀਕਲੀ ਨਹੀਂ ਜਾਏਗਾ, ਉਹ ਤੁਹਾਡੇ ਕੋਲੇ ਸੌਫਟ ਕਾਪੀ ਤੁਹਾਡੇ ਕੰਪਿਊਟਰ 'ਤੇ ਜਾਏਗੀ। ਤੁਸੀਂ ਕੰਪਿਊਟਰ 'ਤੇ, ਲੈਪਟਾਪ 'ਤੇ, ਮੋਬਾਈਲ, ਇਰਰਿਸਪੈਕਟਿਵ ਤੁਹਾਡੀ ਲੋਕੇਸ਼ਨ ਵੀ ਫਿਕਸ ਨਹੀਂ, ਤੁਸੀਂ ਕਿਤੇ ਵੀ ਬੈਠ ਕੇ ਕਿਤੇ ਵੀ ਕਿਸੇ ਵੀ ਸਮੇਂ ਕੰਮ ਕਰ ਸਕਦੇ ਹੋਗੇ। ਨਾ ਹੀ ਤੁਹਾਡੇ 'ਤੇ ਸਮੇਂ ਦੀ ਪਾਬੰਦੀ ਹੋਏਗੀ। ਦੂਜਾ, ਇਹਦਾ ਇੱਕ ਬਹੁਤ ਵੱਡਾ ਫਾਇਦਾ ਕੀ ਹੋਏਗਾ, ਇਨਵਾਇਰਨਮੈਂਟ ਦਾ। ਜਿਹੜਾ ਹੁਣ ਆਪਾਂ ਨੂੰ ਸਾਰਿਆਂ ਨੂੰ ਇਨਵਾਇਰਨਮੈਂਟ ਤੋਂ ਸੁਚੇਤ ਹੋਣ ਦੀ ਬੜੀ ਲੋੜ ਹੈ। ਪੇਪਰ ਦੀ ਬੜੀ ਬੱਚਤ ਹੋਏਗੀ ਜੀ, ਠੀਕ ਹੈ ਨਾ। ਇਹ ਬੜੀ ਇਹਦਾ ਇਨਡਾਇਰੈਕਟ ਬੈਨੀਫਿਟ ਵੀ ਹੈ। ਦੂਸਰਾ ਹੈ ਕੁਆਲਿਟੀ, ਕੰਮ ਦੀ ਕੁਆਲਿਟੀ ਵੀ ਬਹੁਤ ਵੱਧ ਜਾਂਦੀ ਹੈ ਜਦੋਂ ਤੁਸੀਂ ਇਲੈਕਟ੍ਰੋਨਿਕਲੀ ਕੰਮ ਕਰਦੇ ਹੋ। ਫਿਜ਼ੀਕਲ ਮੂਵਮੈਂਟ ਦੇ ਵਿੱਚ ਬੜਾ ਸਮਾਂ ਲੱਗਦਾ ਸੀ ਫਾਈਲਾਂ ਨੂੰ ਗਰਾਊਂਡ ਤੋਂ ਲੈ ਕੇ ਸਟੇਟ ਜਾਂ ਨੈਸ਼ਨਲ ਪੱਧਰ ਤੱਕ ਜਿਹੜੀਆਂ ਫਾਈਲਾਂ ਜਾਂਦੀਆਂ ਸੀ, ਇਹਦੇ 'ਚ ਵਿਦ ਦਾ ਕਲਿੱਕ ਆਫ ਦਾ ਬਟਨ ਫਾਈਲ ਉਹ ਪਹੁੰਚ ਜਾਂਦੀ ਹੈ। ਇਸ ਕਰਕੇ ਉਹਦਾ ਬੜਾ ਫਾਇਦਾ ਹੈਗਾ। ਤੇ ਇਹਦੇ 'ਚ ਅਕਾਊਂਟੇਬਿਲਿਟੀ ਵੀ ਆਉਂਦੀ ਹੈ, ਟਰਾਂਸਪੇਰੈਂਸੀ ਵੀ ਆਉਂਦੀ ਹੈ। ਤੁਸੀਂ ਜਿਹੜੇ ਵੀ ਬੰਦੇ ਨੂੰ ਭੇਜਦੇ ਹੋ ਫਾਈਲ ਨੂੰ ਦੱਬ ਕੇ ਨਹੀਂ ਰੱਖ ਸਕਦਾ। ਸਮੇਂ ਦੀ ਉਹਦੇ 'ਤੇ ਸਟੈਂਪ ਆਉਂਦੀ ਹੈ, ਟਾਈਮ ਸਟੈਂਪ ਆਉਂਦੀ ਹੈ, ਤਾਂ ਉਹ ਜਦੋਂ ਵੀ ਕਿਸੇ ਕੋਲੇ ਫਾਈਲ ਗਈ ਹੁੰਦੀ ਹੈ ਤਾਂ ਉਹਦੇ 'ਤੇ ਸਮਾਂ ਉਹਦੇ 'ਤੇ ਰਜਿਸਟਰਡ ਹੋ ਜਾਂਦਾ ਹੈ, ਤਾਂ ਉਹਨੂੰ ਜ਼ਿਆਦਾ ਦੇਰ ਉਹ ਫਾਈਲ ਨੂੰ ਆਪਣੇ ਕੋਲੇ ਰੱਖ ਨਹੀਂ ਸਕਦਾ। ਪਹਿਲਾਂ ਹੁੰਦਾ ਸੀ ਲੋਕੀ ਫਾਈਲ ਰੱਖੀ ਜਾਂਦੇ ਸੀਗੇ ਤੇ ਉਹ ਦੱਸਦੇ ਨਹੀਂ ਹੁੰਦੇ ਸੀ ਫਾਈਲ ਕਿਸ ਦੇ ਕੋਲ ਹੈ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦਾ ਬੜਾ ਫਾਇਦਾ ਹੈ। ਇਹਦੇ ਨਾਲ E-ਆਫਿਸ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੇ, ਕੇਂਦਰ ਸਰਕਾਰ ਨੇ ਬੜੀਆਂ ਆਪਣੀਆਂ ਜਿਹੜੀਆਂ ਐਨੂਅਲ ਰਿਪੋਰਟਸ ਹੁੰਦੀਆਂ ਨੇ ਉਹ ਇਹਦੇ ਥਰੂ ਅਪਰੂਵ ਕੀਤੀਆਂ, ਵੱਡੇ ਡਾਕੂਮੈਂਟ ਦੇ ਹੋਏ। ਮੈਂ ਦੱਸਣਾ ਚਾਹਾਂਗਾ ਵੀ ਐਕਸਾਈਜ਼ ਡਿਪਾਰਟਮੈਂਟ ਹੈ ਜਿਹਦਾ ਹੈੱਡ ਆਫਿਸ ਪਟਿਆਲਾ ਦੇ ਵਿੱਚ ਹੈ, ਉਹ ਅਸੀਂ ਵਿਦਿਨ ਦਾ ਡਿਪਾਰਟਮੈਂਟ ਅਸੀਂ ਵਿਦਿਨ ਏ ਵੀਕ ਅਸੀਂ ਆਨਲਾਈਨ ਕੀਤਾ E-ਆਫਿਸ ਦੇ ਵਿੱਚ ਥਰੂ। ਤੇ ਉਹ ਡਿਪਾਰਟਮੈਂਟ ਨੇ ਆਪਣੀ ਜਿਹੜੀ ਲਿਕਰ ਪਾਲਿਸੀ ਹੈ, ਸਟੇਟ ਲਿਕਰ ਪਾਲਿਸੀ, ਉਹ ਆਨਲਾਈਨ E-ਆਫਿਸ ਦੇ ਥਰੂ ਅਪਰੂਵ ਕੀਤੀ। ਅਪ ਟੂ ਚੀਫ ਸੈਕਟਰੀ ਲੈਵਲ, ਅਪ ਟੂ CM ਲੈਵਲ, ਉਹ ਆਨਲਾਈਨ ਹੀ ਅਪਰੂਵਲ ਹੋਈ। ਉਹਦੇ ਵਿੱਚ ਫਿਜ਼ੀਕਲ ਫਾਈਲ ਮੂਵਮੈਂਟ ਨਹੀਂ ਕੀਤੀ ਗਈ ਜੀ। ਇਸੇ ਕਰਕੇ ਹੁਣ ਪੰਜਾਬ ਸਰਕਾਰ E-ਆਫਿਸ ਨੂੰ ਬਹੁਤ ਪ੍ਰਮੋਟ ਕਰ ਰਹੀ ਹੈ। ਉਹਦੇ ਨਾਲ ਇਹ ਵੀ ਸਾਰੇ ਡਿਪਾਰਟਮੈਂਟ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਪਟਿਆਲੇ ਦੇ ਵਿੱਚ, ਉਹਨਾਂ ਨੇ ਵੀ E-ਆਫਿਸ ਆਪਣਾ ਸ਼ੁਰੂ ਕੀਤਾ ਤੇ ਫਾਈਲਾਂ ਦੀ ਮੂਵਮੈਂਟ ਆਨਲਾਈਨ ਸ਼ੁਰੂ ਕਰ ਦਿੱਤੀ ਹੈਗੀ। ਤੇ ਇਹਦੇ ਨਾਲ ਲੋਕਾਂ ਨੂੰ ਵੀ ਬੜਾ ਫਾਇਦਾ ਹੋਏਗਾ। ਜਿਵੇਂ ਤੁਸੀਂ ਦੱਸ ਰਹੇ ਆਨਲਾਈਨ, ਹਜੇ ਇਹ ਗਵਰਨਮੈਂਟ ਟੂ ਗਵਰਨਮੈਂਟ ਹੈ,
ਵੀ ਸਰਕਾਰ ਵਿਦਿਨ ਦਾ ਸਰਕਾਰ ਜਿਹੜੀ ਵਰਕਿੰਗ ਹੁੰਦੀ ਹੈ, ਸਰਕਾਰਾਂ ਦੀ ਫਾਈਲ ਦੀ ਮੂਵਮੈਂਟ ਹੁੰਦੀ ਹੈ, ਨੋਟਿੰਗ ਚੜ੍ਹਦੀਆਂ ਨੇ, ਜਾਂ ਕੋਈ ਡੀਓ ਲੈਟਰ ਜਾਂਦੇ ਨੇ, ਜਾਂ ਜੋ ਵੀ ਪੀਯੂਸੀ ਆਉਂਦੇ, ਉਹ ਸਾਰੇ ਡਾਕੂਮੈਂਟ ਆਨਲਾਈਨ ਮੂਵਮੈਂਟ ਹੁੰਦੀ ਹੈ ਤੇ ਉਹਦੀ ਸਾਰੀ ਟਰੈਕਿੰਗ ਆਨਲਾਈਨ ਰਿਪੋਰਟਸ ਨਿਕਲਦੀਆਂ ਨੇਗੀਆਂ। ਬਟ ਫਿਊਚਰ ਦੇ ਵਿੱਚ ਇਹਨੂੰ ਲੋਕਾਂ ਦੇ ਨਾਲ ਵੀ ਸਿਟੀਜ਼ਨ ਵੀ ਆਨਲਾਈਨ ਆਪਣੇ ਜਿਹੜੀ ਐਪਲੀਕੇਸ਼ਨ ਦਿੰਦੇ ਨੇ, ਕੋਈ ਡਾਕੂਮੈਂਟ ਸਬਮਿਟ ਕਰਦੇ ਨੇ, ਕੋਈ ਰਿਕੁਐਸਟ ਦਿੰਦੇ ਨੇ, ਉਹਨੂੰ ਵੀ ਇਹਦੇ ਨਾਲ ਜੋੜਿਆ ਜਾ ਸਕਦਾ ਹੈਗਾ। ਸ਼ਰਮਾ ਜੀ, ਇੱਕ ਇਸ ਸਮੇਂ ਦੇ ਦੌਰਾਨ ਜਿਹੜੀ ਬੜੀ ਵੱਡੀ ਸਾਡੇ ਦਰਸ਼ਕਾਂ ਦੇ ਮਨ ਵਿੱਚ ਵੀ ਸਵਾਲ ਆ ਰਿਹਾ ਹੋਣਾ ਕਿ ਇੱਕ ਖਬਰ ਫੈਲ ਰਹੀ ਹੈ WhatsApp ਦੇ ਉੱਤੇ, ਬਾਕੀ ਸੋਸ਼ਲ ਮੀਡੀਆ ਤੇ, Facebook ਤੇ, ਕਿ ਇਹ ਸਾਰਾ ਕੁਝ ਸਰਕਾਰ ਜਿਹੜਾ ਕਰਨ ਜਾ ਰਹੀ ਹੈ, ਇਹਦੇ ਨਾਲ ਸਾਡਾ ਬਹੁਤ ਸਾਰਾ ਡਾਟਾ ਚੋਰੀ ਹੋ ਜਾਣਾ ਹੈ। ਸਾਡੀਆਂ ਸ਼ਾਇਦ ਬੈਂਕਾਂ ਤੱਕ ਜਿਹੜੀ ਹੈ ਉਹ ਸੰਨ ਜਿਹੜੀ ਹੈ ਉਹ ਲੱਗ ਸਕਦੀ ਹੈ, ਹੈਕਰ ਜਿਹੜੇ ਨੇ ਉਹ ਕਰ ਸਕਦੇ ਆ। ਵੱਡੇ ਵੱਡੇ ਪੱਧਰ ਤੇ ਇਸ ਤਰ੍ਹਾਂ ਦੀਆਂ ਖਬਰਾਂ ਵੀ ਆਉਂਦੀਆਂ ਨੇ। ਸੋ ਆਮ ਵਿਅਕਤੀ ਜਿਹੜਾ ਜਿਹਨੂੰ ਟੈਕਨੋਲੋਜੀ ਬਾਰੇ ਹਾਲੇ ਪੂਰਾ ਪਤਾ ਨਹੀਂ, ਪਰ ਉਹ WhatsApp ਯੂਜ਼ ਕਰ ਰਿਹਾ ਹੈ, ਮੋਬਾਈਲ ਦੇ ਉੱਤੇ ਉਹ ਬਹੁਤ ਕੰਮ ਕਰ ਰਿਹਾ, ਈਮੇਲ ਕਰ ਰਿਹਾ ਹੈ, ਉਹਨੇ ਆਪਣੇ ਡਾਟੇ ਨੂੰ, ਉਹਨੇ ਆਪਣੇ ਬੈਂਕ ਨੂੰ ਸਿਕਿਉਰ ਰੱਖਣਾ ਹੈ, ਉਹਨੇ ਆਪਣੀ ਈਮੇਲ ਨੂੰ ਸਿਕਿਉਰ ਰੱਖਣਾ ਹੈ। ਉਹਦੇ ਲਈ ਅਸੀਂ ਜਾਣਨਾ ਚਾਹਾਂਗੇ ਕਿ ਤੁਸੀਂ ਇੱਕ ਆਮ ਵਿਅਕਤੀ ਨੂੰ ਕੀ ਸਲਾਹ ਦਿਓਗੇ ਕਿ ਅਸੀਂ ਜਿਹੜੇ ਸਾਡੇ ਮਨ ਦੇ ਵਿੱਚ ਸ਼ੱਕ ਪਾਏ ਜਾ ਰਹੇ ਆ ਕਿ ਤੁਹਾਡਾ ਡਾਟਾ ਚੋਰੀ ਹੋ ਜਾਣਾ ਤੁਹਾਡੇ ਮੋਬਾਈਲ ਦੇ ਵਿੱਚੋਂ, ਕਿਉਂਕਿ ਤੁਹਾਡਾ ਆਧਾਰ ਕਾਰਡ ਵੀ ਆਨਲਾਈਨ ਹੋ ਗਿਆ, ਤੁਹਾਡੀ ਈਮੇਲ ਵੀ ਹੋ ਗਈ, ਤੁਹਾਡਾ ਫੋਨ ਵੀ ਹੋ ਗਿਆ, ਤੁਹਾਡੇ ਪਾਸਵਰਡ ਵੀ ਜਾ ਰਹੇ ਨੇ। ਸੋ ਆਮ ਦਰਸ਼ਕ ਨੂੰ ਤੁਸੀਂ, ਇੱਕ ਆਮ ਵਿਅਕਤੀ ਜਿਹੜਾ, ਉਹ ਕਿਵੇਂ ਆਪਣੇ ਆਪ ਨੂੰ ਇਸ ਸਾਰੀ ਹੈਕਿੰਗ ਦੇ ਵਿੱਚੋਂ, ਇਸ ਜਿਹੜੀ ਡਿਜੀਟਲ ਚੋਰੀ ਹੈ ਉਹਦੇ ਚੋਂ ਬਚਾ ਸਕਦਾ ਹੈ? ਹਰ ਬੰਦੇ ਨੂੰ ਹੁਣ ਸੁਚੇਤ ਰਹਿਣ ਦੀ ਲੋੜ ਹੈ। ਜਦੋਂ ਤੁਹਾਡਾ ਡਾਟਾ ਸਾਰੇ ਉਹਨਾਂ ਨਾਲ ਸ਼ੇਅਰ ਹੋ ਜਾਂਦਾ ਤਾਂ ਉਹਦੇ ਵਿੱਚ ਹੈਕਿੰਗ ਦੀ ਵੀ ਉਹ ਵੱਧ ਜਾਂਦੀ ਹੈਗੀ, ਸੰਭਾਵਨਾ ਬਹੁਤ ਵੱਧ ਜਾਂਦੀ ਹੈਗੀ, ਤੇ ਇਹਦੇ ਨਾਲ ਬਹੁਤ ਸਾਈਬਰ ਫਰਾਡ ਵੀ ਹੋ ਰਹੇ ਨੇਗੇ ਜੀ। ਸਭ ਤੋਂ ਜ਼ਿਆਦਾ ਸੁਚੇਤ ਰਹਿਣ ਦੀ ਕੀ ਲੋੜ ਹੈ? ਜਿਹੜਾ ਤੁਹਾਡਾ ਸੈਂਸਿਟਿਵ ਡਾਟਾ ਹੈ ਉਹ ਤੁਸੀਂ ਕਿਸੇ ਨਾਲ ਸ਼ੇਅਰ ਨਾ ਕਰੋ। ਜਿਹਦੇ ਵਿੱਚ ਕੀ ਆਉਂਦਾ, ਤੁਹਾਡਾ ਆਧਾਰ ਨੰਬਰ, ਮੋਬਾਈਲ ਨੰਬਰ ਤੇ ਬੈਂਕ ਦਾ ਖਾਤਾ, ਇਹ ਤੁਸੀਂ ਕਿਸੇ ਵੀ ਵਿਅਕਤੀ ਦੇ ਨਾਲ, ਕਿਸੇ ਵੀ ਅਨਆਥੋਰਾਈਜ਼ਡ ਪਰਸਨ ਦੇ ਨਾਲ ਤੁਸੀਂ ਤਿੰਨੋਂ ਚੀਜ਼ਾਂ ਸ਼ੇਅਰ ਨਹੀਂ ਕਰਨੀਆਂ। ਪਰ ਸ਼ਰਮਾ ਜੀ, ਇਹ ਤਾਂ ਅਸੀਂ ਆਨਲਾਈਨ ਸ਼ੇਅਰ ਕਰਦੇ ਹਾਂ ਡਾਟਾ, ਅਸੀਂ ਆਧਾਰ ਸਾਡਾ ਉੱਤੇ ਪਿਆ ਹੋਇਆ, ਅਸੀਂ ਫੋਨ ਲੈਣ ਜਾਂਦੇ ਹਾਂ ਤਾਂ ਉਹ ਕਹਿੰਦੇ ਜੀ ਆਧਾਰ ਤੇ ਤੁਸੀਂ ਆਪਣੇ ਬਾਇਓਮੈਟ੍ਰਿਕ ਦਿਓ। ਨਹੀਂ, ਉਹ ਕਈ ਜਗ੍ਹਾ ਤੇ ਇਹਨਾਂ ਦੀ ਜ਼ਰੂਰਤ ਵੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਜੀਵਨ ਪ੍ਰਮਾਨ ਦੇ ਵਿੱਚ ਆ ਵੀ ਉੱਥੇ ਤੁਹਾਡੀ ਫਿੰਗਰਪ੍ਰਿੰਟ ਵੀ ਕੈਪਚਰ ਕੀਤੀ ਜਾਂਦੀ ਹੈ, ਤੁਹਾਡਾ ਆਧਾਰ ਨੰਬਰ ਵੀ ਕੀਤਾ ਜਾਂਦਾ, ਤੁਹਾਡੇ ਮੋਬਾਈਲ ਤੇ OTP ਵੀ ਜਾਂਦਾ, ਬਟ ਉਹ ਥੋੜੇ ਸਰਕਾਰੀ ਸਰਵਰ ਤੇ ਜਾਂਦਾ। ਤੁਸੀਂ ਕਿਸੇ ਅਨਆਥੋਰਾਈਜ਼ਡ ਪਰਸਨ ਨੂੰ ਇਹ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ। ਪ੍ਰਾਈਵੇਟ ਮੋਬਾਈਲ ਕੰਪਨੀਆਂ ਉਹ ਵੀ ਸਾਡੇ ਕੋਲੋਂ ਆਧਾਰ ਲੈ ਰਹੀਆਂ ਨੇ, ਬਾਇਓਮੈਟ੍ਰਿਕ ਸਾਡਾ ਕਹਿੰਦੇ ਜੀ ਇੱਥੇ ਉਂਗਲ ਲਾਓ। ਇਹ ਤੁਹਾਨੂੰ ਕੀ ਹੁੰਦਾ, ਐਜ਼ ਪਰ ਜਿਹੜਾ IT ਐਕਟ ਹੈ ਉਹਦੇ 'ਚ ਇਹ ਪ੍ਰਾਵਧਾਨ ਹੈ ਵੀ ਜੇ ਕੋਈ ਵੀ ਬੰਦਾ ਤੁਹਾਡਾ ਇਹ ਤਿੰਨੋਂ ਚੀਜ਼ਾਂ ਇਕੱਠੀਆਂ ਪਬਲਿਕ ਡੋਮੇਨ ਦੇ ਵਿੱਚ ਸ਼ੇਅਰ ਕਰਦਾ ਹੈ ਤਾਂ ਉਹਨੂੰ ਸਜ਼ਾ ਹੋ ਸਕਦੀ ਹੈਗੀ ਜੀ, ਉਹਨੂੰ ਸਜ਼ਾ ਹੋ ਸਕਦੀ ਹੈ। ਕੋਈ ਵੀ ਵੈਬਸਾਈਟ ਤੇ ਕੋਈ ਸਰਕਾਰੀ ਅਦਾਰਾ ਇਹ ਇਨਫੋਰਮੇਸ਼ਨ ਪਬਲਿਕਲੀ ਉਹ ਨਹੀਂ ਕਰ ਸਕਦਾ ਹੈ, ਸ਼ੇਅਰ ਨਹੀਂ ਕਰ ਸਕਦਾ। ਜਿਹੜੀ OTP ਦੀ ਗੱਲ ਹੈ, ਹਾਂਜੀ, OTP ਦੀ ਇੱਕ ਬਹੁਤ ਵੱਡੀ ਗੱਲ ਮਹੱਤਤਾ ਹੈ। ਦੂਸਰਾ ਇਹ ਹੈ ਵੀ ਕਿਸੇ ਵੀ ਬੰਦੇ ਨੂੰ ਤੁਸੀਂ ਇਹ ਇਨਫੋਰਮੇਸ਼ਨ ਸ਼ੇਅਰ ਨਹੀਂ ਕਰਨੀ। ਜਦੋਂ ਵੀ ਤੁਹਾਡੇ ਕੋਈ ਮੋਬਾਈਲ ਤੇ OTP, SMS ਜਾਂ WhatsApp ਤੇ ਲਿੰਕ ਆਉਂਦਾ, ਉਹ ਤੁਸੀਂ ਕੀ ਹੁੰਦਾ ਕਲਿੱਕ ਨਹੀਂ ਕਰਨਾ ਜਦੋਂ ਤੱਕ ਤੁਹਾਨੂੰ ਇਹ ਪਤਾ ਨਾ ਹੋਵੇ ਵੀ ਇਹਦਾ ਸੋਰਸ ਕੀ ਹੈ। ਈਮੇਲ ਤੇ ਤੁਹਾਡੇ ਨਾਲ ਝੂਠੀਆਂ ਲੋਟਰੀਆਂ ਜਾਂ ਹੋਰ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਤੋਂ ਇਹ ਮੰਗੀ ਜਾਂਦੀ ਹੈ, ਉਹਦੇ ਵਿੱਚ ਕੀ ਹੁੰਦਾ, ਫੇਕ ਹੁੰਦੇ ਨੇ, ਉਹ ਸਪੈਮ ਹੁੰਦੇ ਆ, ਉਹ ਤੁਹਾਡੀ ਡਾਟਾ ਇਨਫੋਰਮੇਸ਼ਨ ਹੈਕ ਕਰ ਲੈਂਦੇ ਨੇ ਤੇ ਮਿਸਯੂਜ਼ ਕਰ ਲੈਂਦੇ ਆ, ਤੁਹਾਡੀ ਆਇਡੈਂਟੀਟੀ ਨੂੰ ਮਿਸਯੂਜ਼ ਕਰ ਲੈਂਦੇ ਨੇਗੇ। ਠੀਕ ਹੈ, ਸਿਮ ਕਲੋਨਿੰਗ ਵੀ ਹੋ ਰਹੀ ਹੈ, ਸਿਮ ਹੈਕਿੰਗ ਵੀ ਹੋ ਰਹੀ ਹੈ। ਉਹਦੇ ਨਾਲ ਤੁਹਾਡੇ ਕੀ ਜਿਹੜੇ OTP ਆਉਂਦੇ ਆ ਉਹਨਾਂ ਦੇ ਮੋਬਾਈਲ ਤੇ ਆਉਣ ਲੱਗ ਜਾਂਦੇ ਆ ਤਾਂ ਤੁਹਾਡੇ ਉਹ ਫਰਾਡ ਵੀ ਕਰ ਲੈਂਦੇ ਨੇ। ਸੋ ਇੱਕ ਨੁਕਤੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਜੇ ਅਸੀਂ ਬਚਣਾ ਹੈ ਹੈਕਿੰਗ ਤੋਂ? ਵੀ ਤੁਸੀਂ ਇੱਕ ਤਾਂ ਇਹ ਕਿਸੇ ਨੂੰ ਵੀ ਆਪਣੀ ਜਿਹੜੀ ਇਹ ਇਨਫੋਰਮੇਸ਼ਨ ਹੈ, ਪਰਸਨਲ ਇਨਫੋਰਮੇਸ਼ਨ ਹੈ, ਸੈਂਸਿਟਿਵ, ਇਹਨੂੰ ਕਿਸੇ ਨੂੰ ਤੁਸੀਂ ਅਨਆਥੋਰਾਈਜ਼ਡ ਪਰਸਨ ਨੂੰ ਦੇਣਾ ਨਹੀਂ ਹੈ ਜਿੰਨੀ ਤੱਕ ਤੁਹਾਨੂੰ ਉਹਦਾ ਪਤਾ ਨਹੀਂ ਲੱਗਦਾ ਵੀ ਇਹ ਕਿਸ ਪਰਪਸ ਲਈ ਤੁਹਾਡੇ ਤੋਂ ਮੰਗ ਰਿਹਾ ਹੈ ਜੀ। ਠੀਕ ਹੈ। ਦੂਸਰਾ ਇਹ ਹੈ ਵੀ ਤੁਸੀਂ ਇਹ ਇਨਫੋਰਮੇਸ਼ਨ ਤੇ ਕੋਈ ਵੀ, ਜਦੋਂ ਤੁਸੀਂ ਮੋਬਾਈਲ ਤੇ, ਅੱਜ ਕੱਲ੍ਹ ਲੋਕੀ ਜ਼ਿਆਦਾ ਮੋਬਾਈਲ ਯੂਜ਼ ਕਰਦੇ ਨੇ, ਮੋਬਾਈਲ ਤੇ ਤੁਹਾਡੇ ਕੋਲੇ ਕੋਈ ਲਿੰਕਸ ਆਉਂਦੇ ਨੇ, ਕੋਈ SMS ਤੇ ਆਉਂਦੇ ਨੇ, ਇਨਫੋਰਮੇਸ਼ਨ ਮੰਗਦੇ ਆ, ਤਾਂ ਤੁਸੀਂ ਉਹਨਾਂ ਨੂੰ ਜਾਂ ਵੌਇਸ ਕਾਲ ਤੇ ਮੰਗਦੇ ਨੇ, ਕੋਈ ਵੀ ਕਸਟਮਰ ਕੇਅਰ ਤੋਂ ਮੈਂ ਬੋਲ ਰਿਹਾ, ਤਾਂ ਇਨਫੋਰਮੇਸ਼ਨ ਕਿਸੇ ਨਾਲ ਵੀ ਇਹ ਇਨਫੋਰਮੇਸ਼ਨ ਤੁਸੀਂ ਸਾਂਝੀ ਨਹੀਂ ਕਰਨੀ ਹੈ। ਤੀਸਰਾ ਮੈਂ ਕਹਾਂਗਾ ਵੀ ਲੋਕੀ ਜਾਂਦੇ ਨੇ ਅੱਜ ਕੱਲ੍ਹ ਵਾਈਫਾਈ ਯੂਜ਼ ਕਰਦੇ ਨੇ, ਉਹ ਪਬਲਿਕ ਪਲੇਸਾਂ ਤੇ ਵਾਈਫਾਈ ਯੂਜ਼ ਕਰਦੇ ਨੇ, ਕੋਈ ਰੇਲਵੇ ਸਟੇਸ਼ਨ ਤੇ ਯੂਜ਼ ਕਰ ਰਿਹਾ, ਕੋਈ ਹੋਟਲ ਦੇ ਵਿੱਚ ਯੂਜ਼ ਕਰ ਰਿਹਾ, ਤਾਂ ਤੁਸੀਂ ਉਸੇ ਜਦੋਂ ਵਾਈਫਾਈ ਤੇ ਯੂਜ਼ ਕਰਦੇ ਹੋ ਤਾਂ ਤੁਸੀਂ ਉਹਦੇ ਤੇ ਤੁਸੀਂ ਇਹ ਇਨਫੋਰਮੇਸ਼ਨ ਆਪਣੀ ਨਹੀਂ ਸ਼ੇਅਰ ਕਰਨੀ, ਨਾ ਯੂਜ਼ ਨਹੀਂ ਕਰਨੀ। ਦੂਸਰਾ, ਤੁਸੀਂ ਜਦੋਂ ਨੈੱਟ ਬੈਂਕਿੰਗ ਕਰਦੇ ਹੋ ਕਿਸੇ ਸਾਈਬਰ ਕੈਫੇ ਜਾਂ ਪਬਲਿਕ ਪਲੇਸ ਤੋਂ ਆਪਣੀ ਟ੍ਰਾਂਜੈਕਸ਼ਨਾਂ ਨਾ ਕਰੋ, ਇਹਦੇ ਨਾਲ ਤੁਸੀਂ ਆਪਣਾ ਬਚਾਅ ਕਰ ਸਕਦੇ ਹੋ। ਦੂਸਰਾ ਵੀ ਆਪਣਾ ਪਾਸਵਰਡ, ਜਿਹੜੇ ਵੀ ਚੀਜ਼ਾਂ ਦੇ ਤੁਹਾਡੇ ਪਿਨ ਨੇ ਜਾਂ ਸਿਕਿਉਰਿਟੀ ਪਾਸਵਰਡ ਹੈ, ਇਹ ਤੁਸੀਂ ਸਟਰੋਂਗ ਰੱਖੋ, ਉਹਨਾਂ ਦੇ ਨਾਲ ਤੁਸੀਂ ਇਹ ਕਿਸੇ ਵੀ ਬੰਦੇ ਨਾਲ ਇਹ ਤੁਸੀਂ ਸ਼ੇਅਰ ਨਾ ਕਰੋ। ਸੋ ਬਹੁਤ ਵਿਸਥਾਰ ਦੇ ਵਿੱਚ ਸ਼ਰਮਾ ਜੀ ਨੇ ਸਾਨੂੰ ਦੱਸਿਆ ਹੈ ਕਿ ਕਿਸ ਤਰ੍ਹਾਂ ਅਸੀਂ ਆਉਣ ਵਾਲੇ ਸਮੇਂ ਵਿੱਚ IT ਟੈਕਨੋਲੋਜੀ, ਜਿਹੜੀ ਇਨਫੋਰਮੇਸ਼ਨ ਟੈਕਨੋਲੋਜੀ ਹੈ, ਉਹਨੂੰ ਅਸੀਂ ਵਰਤਣ ਜਾ ਰਹੇ ਹਾਂ ਤੇ ਕਿਸ ਤਰ੍ਹਾਂ ਸਾਡੀ ਜ਼ਿੰਦਗੀ ਨੂੰ ਆਉਣ ਵਾਲੇ ਸਮੇਂ ਵਿੱਚ ਉਹ ਬਦਲੇਗੀ। ਲੇਕਿਨ ਨਾਲ ਦੀ ਨਾਲ ਸੁਚੇਤ ਹੋਣ ਦੀ ਲੋੜ ਹੈ ਕਿ ਕਿਸੇ ਅਨਆਥੋਰਾਈਜ਼ਡ ਵਿਅਕਤੀ ਨੂੰ ਤੁਸੀਂ ਆਪਣਾ ਪਾਸਵਰਡ, ਆਪਣਾ ਬਾਕੀ ਡਾਟਾ ਉਹ ਨਹੀਂ ਦੇਣਾ, ਔਰ ਬਾਹਰ ਜਾ ਕੇ ਵਾਈਫਾਈ ਨਾਲ ਤੁਸੀਂ ਕੋਸ਼ਿਸ਼ ਕਰੋ ਕਿ ਬਿਲਕੁਲ ਨਾ ਜੁੜੋ। ਸਿਰਫ ਆਪਣੇ ਹੀ ਨੈਟਵਰਕ ਤੇ, ਸਿਕਿਉਰ ਨੈਟਵਰਕ ਤੇ ਬੈਠ ਕੇ ਟ੍ਰਾਂਜੈਕਸ਼ਨ ਜਿਹੜੀਆਂ ਉਹ ਕਰੋ।
ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਨੂੰ ਸੁਨੇਹਾ ਮਿਲਿਆ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਤਿਆਰ ਹੋਣਾ ਹੈ ਕਿ ਅਸੀਂ ਇਨਫੋਰਮੇਸ਼ਨ ਟੈਕਨੋਲੋਜੀ ਨੂੰ ਕਿਵੇਂ ਵੱਧ ਤੋਂ ਵੱਧ ਵਰਤਣਾ ਹੈ, ਲੇਕਿਨ ਨਾਲ ਦੀ ਨਾਲ ਅਸੀਂ ਇਸ ਗੱਲ ਦਾ ਵੀ ਖਿਆਲ ਰੱਖਣਾ ਹੈ ਕਿ ਆਪਾਂ ਮਾਸਕ ਪਾ ਕੇ ਘਰੋਂ ਨਿਕਲਣਾ ਹੈ, ਵਾਰ-ਵਾਰ ਹੱਥ ਧੋਣੇ ਨੇ ਤੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਹੈ। ਜਿਵੇਂ ਤੁਸੀਂ ਸਾਨੂੰ ਦੇਖਿਆ ਹੋਣਾ, ਮੈਂ ਤੇ ਸ਼ਰਮਾ ਜੀ ਵੀ ਪੂਰੀ ਦੂਰੀ ਬਣਾ ਕੇ ਜਿਹੜੀਆਂ ਰੱਖੇ ਹੋਏ ਆ, ਇਸ ਆਸ ਨਾਲ ਕਿ ਅਸੀਂ ਆਪਣੇ ਆਪ ਨੂੰ ਸਮੇਂ ਦੇ ਜਿਹੜਾ ਹਾਣ ਦਾ ਬਣਾਵਾਂਗੇ, ਆਉਣ ਵਾਲੇ ਸਮੇਂ ਵਿੱਚ ਤਿਆਰ ਹੋਵਾਂਗੇ। ਸਾਡੇ ਦਰਸ਼ਕਾਂ ਲਈ ਤੁਹਾਡਾ ਅੱਜ ਦੇ ਸਾਡੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਬੜੈਚ ਸਾਹਿਬ, ਬਹੁਤ ਸ਼ੁਕਰੀਆ।